वाहिगुरु जी का खालसा वाहिगुरु जी की फतेह। गुड आफ्टरनून स्टूडेंट्स। I would request Amrinder Singh ji to start जाप सेवा। ਹਾਂਜੀ 13811 ਹਾਂਜੀ ਤੁਸੀਂ ਕਰ ਲਓ, ਉਹਨਾਂ ਦਾ ਮੈਨੂੰ ਲੱਗਦਾ ਕਨੈਕਟ ਨਹੀਂ ਹੋ ਪਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਜੀ ਗਗਨਦੀਪ ਕੌਰ, ਥੈਂਕ ਯੂ ਸੋ ਮਚ। ਬੱਚੇ ਗੁਰਪ੍ਰਸਾਦ बोलना बहुत, ठीक है। गुरप्रसाद, श नहीं, सस्से पैर बिंदी नहीं है, गुरप्रसाद। अदरवाइज बहुत वधिया बेटा, थैंक यू। Okay, we'll continue with the topic antonyms. First word for today is ability. Ability ਹੁੰਦਾ ਹੈ ਕਿਸੇ ਕੰਮ ਨੂੰ ਕਰਨ ਦੀ ਯੋਗਤਾ, ability। ਔਰ inability ਹੁੰਦਾ ਹੈ ਕਿਸੇ ਕੰਮ ਨੂੰ ਕਰਨ ਦੇ ਲਈ ਯੋਗਤਾ ਨਾ ਹੋਣਾ। ਕਿਸੇ ਕੰਮ, ਦੇਖੋ able ਦਾ unable ਹੈ, I am able to do this, I am unable to do this. But if I say I have ability to do this, I have inability to do this, ਮੇਰੇ ਕੋਲੇ ਕੰਮ ਕਰਨ ਦੀ ਯੋਗਤਾ ਹੈ ਤੇ ਅਯੋਗਤਾ ਹੈ, ਠੀਕ ਹੈ। So please keep this thing in your mind. If it is able, then antonym of able will be unable, and if it is ability, so the antonym will be inability. Coming to sentences, animals do not have the ability to reason. Reason ਹੁੰਦਾ ਹੈ ਕਾਰਨ, ਹੈ ਨਾ। ਇੱਥੇ reason ਦਾ ਕੀ ਮਤਲਬ ਹੈ, ਐਨੀਮਲਸ ਦੇ ਕੋਲ ਰੀਜ਼ਨਿੰਗ ਕਰਨ ਦੀ ਐਬਿਲਿਟੀ ਨਹੀਂ ਹੁੰਦੀ। ਮਤਲਬ ਕਿ ਇਹ ਕਿਉਂ ਹੋਇਆ, ਇਹ ਕਿਸ ਲਈ ਹੋਇਆ, ਹੈ ਨਾ। ਜਿਵੇਂ ਇਨਸਾਨਾਂ ਕੋਲ ਰੀਜ਼ਨਿੰਗ ਐਬਿਲਿਟੀ ਹੁੰਦੀ ਹੈ, ਤਰਕ ਕਰਨ ਦੀ ਇੱਕ ਸਮਰੱਥਾ ਹੁੰਦੀ ਹੈ, ਠੀਕ ਹੈ ਨਾ। ਸੋ ਐਨੀਮਲਸ ਡੂ ਨਾਟ ਹੈਵ ਦੀ ਐਬਿਲਿਟੀ ਟੂ ਰੀਜ਼ਨ। ਐਨੀਮਲਸ ਕੋਲ ਰੀਜ਼ਨ ਕਰਨ ਦੀ ਐਬਿਲਿਟੀ ਨਹੀਂ ਹੁੰਦੀ, ਯੋਗਤਾ ਨਹੀਂ ਹੁੰਦੀ। ਇਨਐਬਿਲਿਟੀ, she felt increasingly frustrated by her inability to demonstrate her ideas. She felt, you can repeat after me, she felt increasingly frustrated by her inability to demonstrate her ideas. ਉਹਨੂੰ, ਹਾਂ ਅਮਰਿੰਦਰ ਸਿੰਘ ਜੀ ਦੱਸੋ ਜੀ। मैम वाहिगुरु जी का खालसा वाहिगुरु जी की फतेह। हाँ जी मैम मेरा एक सवाल सीगा जी। हाँ जी बोलो जी। मैम जिवें आपां कह दिंने आ भी तू हेरा फेरी कीती जां ओह हेरा फेरी करदा फड़िया गया। हाँ 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 हाँ। ते मैम ਅਸੀਂ हेरा फेरी ਨੂੰ ਇੰਗਲਿਸ਼ ਵਿੱਚ ਕੀ ਕਹਾਂਗੇ ਜੀ? ਬੱਚੇ हेरा फेरी ਨੂੰ ਅਸੀਂ ਚੀਟਿੰਗ ਕਹਿ ਸਕਦੇ ਹਾਂ, ਫਰਾਡ ਕਹਿ ਸਕਦੇ ਹਾਂ, ਹੈ ਨਾ। ਹਾਂਜੀ ਮੈਮ, है ना। ਹੁਣ हेरा फेरी कई तरह स्कैम हो सकता है, स्कैम इज आल्सो काइंड ऑफ हेरा फेरी। फ्रॉड हो सकता है, चीटिंग हो सकती है, कुछ भी हो सकता, उन सारे ਨੂੰ ਆਪਾਂ हेरा फेरी ही कहांगे, ठीक है जी। ठीक है जी, हाँ जी हाँ जी, धन्यवाद जी। So she felt increasingly frustrated. और increasingly मतलब ਉਹ frustrated, increasingly मतलब ਵੱਧਦੇ ਹੋਏ, मतलब वो frustrated, खिजी हुई फील करी जा रही सी क्यों? By her inability
अपनी इनएबिलिटी करके, केड़ी इनएबिलिटी करके टू डेमोनस्ट्रेट हर आइडियाज, कि वो अपने आइडियाज ਨੂੰ डेमोनस्ट्रेट ही नहीं कर सकी। डेमोनस्ट्रेट वर्ड वी हैव डन, इट मीन्स टू शो। ਤੁਸੀਂ ਦੇਖਿਆ ਹੋਏਗਾ ਜਦ ਤੁਸੀਂ ਕੋਈ ਬਾਜ਼ਾਰੋਂ ਨਵਾਂ ਪ੍ਰੋਡਕਟ ਲੈਂਦੇ ਹੋ ਤਾਂ ਕੀ ਜਿਵੇਂ ਵਾਸ਼ਿੰਗ ਮਸ਼ੀਨ ਲਿੱਤੀ ਜਾਂ ਮਾਈਕ੍ਰੋਵੇਵ ਓਵਨ ਲਿੱਤਾ ਤੁਸੀਂ, ਜਾਂ ਮਾਈਕ੍ਰੋਵੇਵ ਲਿੱਤਾ, ਜਾਂ ਤੁਸੀਂ ਕੋਈ ਵੀ ਤੁਸੀਂ ਪ੍ਰੋਡਕਟ ਲੈਂਦੇ ਹੋ ਤਾਂ ਤੁਸੀਂ ਸੁਣਿਆ ਹੋਏਗਾ ਕਿ ਉਹ ਤੁਹਾਡੇ ਕੋਲ ਡੈਮੋ ਦੇਣ ਆਉਂਦੇ ਆ। ਆਪਾਂ ਸੁਣਦੇ ਆ ਨਾ ਕਿ ਡੈਮੋ ਦਿੱਤੀ ਹੈ ਦੀ। ਡੈਮੋ ਹੁੰਦਾ ਟੂ ਸ਼ੋ ਹਾਊ ਦਿਸ ਵਿਲ ਵਰਕ, ਹਾਊ ਦਿਸ ਅਪਲਾਈਐਂਸ ਵਿਲ ਵਰਕ, ਇਹ ਵਾਲਾ ਅਪਲਾਈਐਂਸ ਕਿਦਾਂ ਕੰਮ ਕਰੇਗਾ। ਸੋ ਡੈਮੋਨਸਟ੍ਰੇਟ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਸ਼ੋ ਕਰਨਾ। ਠੀਕ ਹੈ। ਇੱਥੇ ਮੈਂ ਇੱਕ ਹੋਰ ਚੀਜ਼ ਵੀ ਲਾਈਕ ਆਈ ਵਾਂਟ ਟੂ ਐਡ ਸਮਥਿੰਗ, ਜਿਵੇਂ ਕੁਝ ਟੀਚਰਸ ਹੁੰਦੇ ਆ, ਟੀਚਰਸ ਜਦੋਂ ਵੀ ਆਪਣੇ ਟੀਚਿੰਗ ਐਬਿਲਿਟੀ ਦਿਖਾਣਾ ਚਾਹਣ ਕਿ ਅਸੀਂ ਸਕੂਲ ਦੇ ਵਿੱਚ ਟੀਚ ਕਰਨਾ ਚਾਹੁੰਦੇ ਆ ਤਾਂ ਉਹਨਾਂ ਟੀਚਰਸ ਨੂੰ ਕਿਹਾ ਜਾਂਦਾ ਤੁਸੀਂ ਇੱਕ ਡੈਮੋ ਪ੍ਰਿਪੇਅਰ ਕਰੋ। ਤਾਂ ਡੈਮੋ ਮੀਨਸ ਦੇ ਵਿਲ ਸ਼ੋ ਯੂ ਹਾਊ ਦੇ ਆਰ ਗੋਇੰਗ ਟੂ ਟੀਚ। ਉਹ ਤੁਹਾਨੂੰ ਸ਼ੋ ਕਰਨਗੇ, ਡੈਮੋਨਸਟ੍ਰੇਟ ਕਰਨਗੇ, ਡੈਮੋਨਸਟ੍ਰੇਟ ਕਰਨਗੇ ਜਾਂ ਡੈਮੋਨਸਟ੍ਰੇਟ ਕਰਨਗੇ ਕਿ ਉਹ ਕਿਦਾਂ ਪੜਾਉਂਦੇ ਆ। ਠੀਕ ਹੈ। ਸੋ ਸ਼ੀ ਫੈਲਟ, ਉਹ ਇਨਕਰੀਜ਼ਿੰਗਲੀ ਫਰਸਟ੍ਰੇਟ ਹੋ ਰਹੀ ਸੀ, ਮਤਲਬ ਖਿਜੀ ਜਾ ਰਹੀ ਸੀ। ਕਿਉਂ? ਕਿ ਉਹ ਆਪਣੇ ਆਈਡੀਆਜ਼ ਨੂੰ ਡੈਮੋਨਸਟ੍ਰੇਟ ਨਹੀਂ ਕਰ ਪਾਈ। ਉਹਦੇ ਵਿੱਚ ਇੰਨੀ ਯੋਗਤਾ ਹੈ ਨਾ, ਕਈ ਲੋਕ ਹੁੰਦੇ ਆਪਣੇ ਆਈਡੀਆਜ਼ ਨੂੰ ਐਕਸਪ੍ਰੈਸ ਹੀ ਨਹੀਂ ਕਰ ਪਾਉਂਦੇ, ਸ਼ੋ ਹੀ ਨਹੀਂ ਕਰ ਪਾਉਂਦੇ, ਡੈਮੋਨਸਟ੍ਰੇਟ ਹੀ ਨਹੀਂ ਕਰ ਪਾਉਂਦੇ। ਠੀਕ ਹੈ। ਸੋ ਉਹ ਆਪਣੀ ਇਸ ਇਨएबिलिटी ਕਰਕੇ ਉਹ ਫਰਸਟ੍ਰੇਟ ਹੋ ਰਹੀ ਸੀ। ਠੀਕ ਹੈ, ਖਿਜ ਰਹੀ ਸੀ। ਨੈਕਸਟ ਇਜ਼ ਐਕਟਿਵ, ਦਾ ਐਂਟੋਨਿਮ ਹੁੰਦਾ ਇਨਐਕਟਿਵ ਔਰ ਪੈਸਿਵ। ਐਕਟਿਵ ਮੀਨਸ ਚੁਸਤ। ਠੀਕ ਹੈ। ਐਕਟਿਵ ਮੀਨਸ ਸਕ੍ਰਿय ਵੀ ਹੁੰਦਾ ਹੈ। ਜਿਵੇਂ ਆਈ ਵਿਲ ਟੇਕ 2 ਐਗਜ਼ਾਮਪਲਸ। ਸ਼ੀ ਇਜ਼ ਓਵਰ 80 ਬਟ ਇਜ਼ ਸਟਿਲ ਵੈਰੀ ਐਕਟਿਵ। ਉਹ 80 ਤੋਂ ਉੱਪਰ ਹੋ ਗਈ ਹੈ। here 80 means her age. she is over 80, over 80 मतलब वो 80 ਤੋਂ ਉੱਪਰ ਹੋ ਗਈ ਹੈ, ਯਾਨੀ 80 ਸਾਲ ਤੋਂ ਉੱਪਰ ਹੋ ਗਈ ਹੈ, but is still very active, ਪਰ ਹਜੇ ਵੀ ਉਹ ਬਹੁਤ ਐਕਟਿਵ ਹੈ, ਬਹੁਤ ਚੁਸਤ ਹੈ। ਇੱਕ ਹੋਰ ਆਪਾਂ ਐਗਜ਼ਾਮਪਲ ਲੈਂਦੇ ਹਾਂ, ਐਕਟਿਵ ਆਪਾਂ ਕਿਸ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ। she was active in politics for many years, ਉਹ ਕਈ ਸਾਲਾਂ ਤੱਕ ਰਾਜਨੀਤੀ ਦੇ ਵਿੱਚ ਸਕ੍ਰਿय, ਮਤਲਬ ਐਕਟਿਵ ਇੱਥੇ ਹੁੰਦਾ ਵੀ ਬੜੀ ਉਹਦੇ ਵਿੱਚ ਐਕਟਿਵ ਰਹਿਣਾ, ਤੁਸੀਂ ਸਮਝ ਰਹੇ ਹੋਗੇ ਵੀ ਬੜੀ ਕਿਰਿਆਸ਼ੀਲਤਾ ਨਾਲ ਕੰਮ ਕਰਨਾ, ਉਹਨੂੰ ਵੀ ਅਸੀਂ ਐਕਟਿਵ ਕਹਿ ਸਕਦੇ ਹਾਂ ਕਿ she was active in politics for many years, ਉਹ ਪੋਲਿਟਿਕਸ ਦੇ ਵਿੱਚ ਕਈ ਸਾਲਾਂ ਤੱਕ ਸਕ੍ਰਿय ਰਹੀ ਹੈ ਨਾ। so if someone can tell me the meaning of active, ਜਿਹੜਾ ਬੰਦਾ ਕਿਰਿਆਸ਼ੀਲ ਆਪਾਂ ਕਹਿ ਸਕਦੇ ਹਾਂ। yes, ਠੀਕ ਹੈ। ਐਕਟਿਵ ਰਹਿਣਾ ਨਹੀਂ ਬੱਚੇ, ਰਹਿਣਾ ਨਹੀਂ, ਐਕਟਿਵ ਰਹਿਣਾ ਮਤਲਬ ਉਹ ਪੋਲਿਟਿਕਸ ਦੇ ਵਿੱਚ ਬਹੁਤ ਟਾਈਮ ਤੱਕ ਐਕਟਿਵ ਰਹੀ। ਜਿਵੇਂ ਆਪਾਂ ਕਹਿੰਦੇ ਆ ਇਹ ਵਾਲੀ ਲੇਡੀ ਜਾਂ ਇਹ ਵਾਲਾ ਪਰਸਨ ਬਹੁਤ ਟਾਈਮ ਤੱਕ ਥੀਏਟਰ ਵਿੱਚ ਐਕਟਿਵ ਰਿਹਾ, ਥੀਏਟਰ ਦਾ ਕੰਮ ਕਰਦਾ ਰਿਹਾ, ਕੰਮ ਕਰਦੇ ਰਹਿਣਾ। ਸੋ ਇੱਥੇ ਐਕਟਿਵ ਦਾ ਮਤਲਬ ਹੈ ਕਿ ਕੰਮ ਕਰਦੇ ਰਹਿਣਾ। ਉਹ ਪੋਲਿਟਿਕਸ ਦੇ ਵਿੱਚ ਬਹੁਤ ਟਾਈਮ ਤੱਕ ਐਕਟਿਵ ਰਹੀ, ਮਤਲਬ ਕਦੇ ਕਿਤੇ ਜਾਂਦੀ ਸੀ, ਕਦੇ ਕਿਤੇ ਜਾਂਦੀ ਸੀ, ਕਦੇ ਕਿਤੇ, ਮਤਲਬ ਪੋਲਿਟਿਕਸ ਦਾ ਕੰਮ ਕਰਦੀ ਰਹੀ। ਠੀਕ ਹੈ। ability नहीं है बच्चे, this is ability। 515781 ability ਹੁੰਦਾ योग्यता। ठीक है। inability मतलब अयोग्यता या असमर्थता। ठीक है। inability ਦੀ एग्जांपल, हाँ जी, inability ਜਿਵੇਂ ਮੈਂ ਕਹਿ ਸਕਦੀ ਹਾਂ the animals have inability to reason। ਐਨੀਮਲਸ ਕੋਲ ਰੀਜ਼ਨ ਕਰਨ ਦੀ ਅਯੋਗਤਾ ਹੁੰਦੀ ਹੈ। ਠੀਕ ਹੈ ਨਾ, ਅਸਮਰਥ ਹੁੰਦੇ ਨੇ ਉਹ। ਇਹ ਮੈਂ ਵੈਸੇ ਹੀ ਸੈਂਟੈਂਸ ਲਿਖਿਆ ਸੀ ਕਿ ਚਲੋ 2-3 ਵਰਡਸ ਤੁਹਾਨੂੰ ਪਤਾ ਚੱਲ ਜਾਣਗੇ। ਇੱਥੇ ਮੈਂ ਐਗਜ਼ਾਮਪਲ ਲਿਆ, ਹੀ ਵਾਸ ਇਨਕਰੀਜ਼ਿੰਗਲੀ ਫਰਸਟ੍ਰੇਟਡ। ਇਨਕਰੀਜ਼ਿੰਗਲੀ ਮਤਲਬ ਵਧੀ ਜਾ ਰਹੀ ਸੀ, ਉਹਦੀ ਫਰਸਟ੍ਰੇਸ਼ਨ ਵਧੀ ਜਾ ਰਹੀ ਸੀ, ਖਿਜ ਉਹਦੀ ਵਧੀ ਜਾ ਰਹੀ ਸੀ। ਕਿਉਂ? ਬਾਈ ਹਰ ਇਨਐਬਿਲਿਟੀ, ਉਹਦੀ ਅਯੋਗਤਾ ਜਾਂ ਅਸਮਰਥਾ ਕਰਕੇ। ਉਹ ਕਿ ਕਿਸ ਚੀਜ਼ ਦੀ ਇਨਐਬਿਲਿਟੀ? ਕਿ ਉਹ ਆਪਣੇ ਆਈਡੀਆਜ਼ ਨੂੰ, ਕਈ ਵਾਰ ਹੁੰਦਾ ਸੀ ਆਪਣੇ ਆਈਡੀਆਜ਼ ਐਕਸਪ੍ਰੈਸ ਨਹੀਂ ਕਰ ਪਾਉਂਦੇ, ਜੋ ਆਪਾਂ ਕਹਿੰਦੇ ਨਾ ਮੇਰੇ ਮਨ 'ਚ ਸੀਗਾ ਮੈਂ ਕਹਿ ਹੀ ਨਹੀਂ ਸਕੀ। ਸੋ ਵੀ ਆਰ ਅਨੇਬਲ ਟੂ ਡੈਮੋਨਸਟ੍ਰੇਟ ਆਰ ਆਈਡੀਆਜ਼। ਆਪਾਂ ਨਹੀਂ ਦੱਸ ਪਾਉਂਦੇ ਕਿ ਇਹ ਚੀਜ਼ ਮੇਰੇ ਮਨ 'ਚ ਸੀ ਬਟ ਮੈਂ ਕਿਸੇ ਨੂੰ ਕਹਿ ਹੀ ਨਹੀਂ ਪਾਈ। ਉਹਦੇ ਕਰਕੇ ਅਸੀਂ ਕਈ ਵਾਰ ਫਰਸਟ੍ਰੇਟ ਹੋ ਜਾਂਦੇ ਹਾਂ, ਖਿੱਚ ਜਾਂਦੇ ਹਾਂ। ਹੈ ਸੋ ਇੱਥੇ ਉਹ ਚੀਜ਼ ਹੈ, ਉਹਨੂੰ ਲੱਗਿਆ ਕਿ ਮੈਂ ਇੰਨੀ ਏਬਲ ਨਹੀਂ ਆ
कि मैं अपने आइडियाज ਨੂੰ ਦੱਸ ਸਕਾਂ। ਹਾਂਜੀ, this is the first slide, this is the first slide, ठीक है। so active और inactive और passive, ਇਹਦਾ ਜਿਹੜਾ opposite ਹੈ passive ਹੈ या inactive है। it is bad for your health to be physically inactive। ਹੁਣ passive ਦਾ ਕੀ ਮਤਲਬ ਹੁੰਦਾ, I'm going to explain। active means ਚੁਸਤ, inactive means ਸੁਸਤ ਕਹਿ ਸਕਦੇ ਹਾਂ। ਪੈਸਿਵ ਦਾ ਮਤਲਬ ਵੀ ਆਪਾਂ ਕੀਤਾ ਸੀ ਸੁਸਤ, ਬਟ ਪੈਸਿਵ ਕੀ ਹੁੰਦਾ ਹੈ, ਐਕਚੁਅਲੀ ਪੈਸਿਵ ਦਾ ਐਗਜ਼ੈਕਟ ਮਤਲਬ ਹੁੰਦਾ ਹੈ ਇਨ ਐਂਡ ਇਨਡਾਇਰੈਕਟ ਵੇ, ਮਤਲਬ ਤੁਸੀਂ ਸਿੱਧੇ ਅਸਿੱਧੇ ਤੌਰ ਤੇ। ਐਕਟਿਵਲੀ ਮਤਲਬ ਸਿੱਧੇ ਤੌਰ ਤੇ, ਪੈਸਿਵਲੀ ਮਤਲਬ ਅਸਿੱਧੇ ਤੌਰ ਤੇ, ਅਸਿੱਧੇ ਤੌਰ ਤੇ। ਜਿਵੇਂ ਅਸੀਂ ਪੈਸਿਵ ਵੌਇਸ ਕੀਤੀ ਸੀ ਨਾ, ਦੇਖੋ ਤੁਹਾਨੂੰ ਹੁਣ ਜ਼ਿਆਦਾ ਸਮਝ ਆਏਗਾ। ਇਟਸ ਬੈਡ ਫॉर योर ਹੈਲਥ ਟੂ ਬੀ ਫਿਜ਼ੀਕਲੀ ਇਨਐਕਟਿਵ। ਜੇ ਤੁਸੀਂ ਸਰੀਰਕ ਰੂਪ ਨਾਲ ਇਨਐਕਟਿਵ ਹੋ, ਉਹ ਤੁਹਾਡੇ ਲਈ ਬੈਡ ਹੈ। it's bad for your health to be physically inactive। अगर तुसी physically उन्हें शरीरक तौर पे inactive हो, चुस्त नहीं हो, it is bad for your health। ये ਤੁਹਾਡੀ health ਲਈ बुरा है, ठीक है। ये ਤਾਂ मतलब सी inactive। एक active ਦਾ opposite ਹੁੰਦਾ passive। ਉਹਨੂੰ ਆਪਾਂ ਕਿਸ ਤਰ੍ਹਾਂ ਲੈਂਦੇ ਆ, it is sad truth। एक बड़ी दुखदाई सच्चाई है that children are the biggest victim of passive smoking। so passive smoking ਕੀ ਹੁੰਦਾ ਹੈ, देखो एक ਤਾਂ ਲੋਕ ਕਈ smoking ਕਰਦੇ ਆ, ਸਿਗਰਟ ਨੋਸ਼ੀ ਕਰਦੇ ਆ, ਉਹ ਤਾਂ active smokers ਹੁੰਦੇ ਆ। passive ਹੁੰਦੇ ਆ ਮਤਲਬ ਜਿਹੜੇ smoking ਨਹੀਂ ਕਰ ਰਹੇ ਤਾਂ ਵੀ ਉਹਨਾਂ ਤੇ ਉਹਦਾ ਅਸਰ ਹੋ ਰਿਹਾ ਹੈ, ਤਾਂ ਵੀ ਉਹਨਾਂ ਦੇ ਅੰਦਰ ਧੂਆਂ ਜਾ ਰਿਹਾ, ਯਾਨੀ ਤੁਹਾਡੇ ਚਾਰੋਂ ਪਾਸੇ ਵਾਲੇ। इसलिए जेडे देखो एग्जाम्पल की है, इट इज सैड ट्रूथ, एक बड़ी दुखदाई सच्चाई है that children are the biggest victims of passive smoking। passive smoking मतलब कोई डायरेक्टली स्मोक नहीं वो बच्चा कर रहा, बट फिर भी ਉਹਦੇ ਅੰਦਰ ਧੂਆਂ ਜਾ ਰਿਹਾ है, यानी कि हो सकता है उस बच्चे ਦੇ फादर कर रहे हो, हो सकता है उस बच्चे ਦੇ नेबर्स कर रहे हो, है ना। यानी पैसिवली जा रहे हैं ना, जिवें ਆਪਾਂ एक्टिव और पैसिव वॉइस करते ਸੀਗੇ, ਪੈਸਿਵਲੀ ਉਸ ਬੱਚੇ ਦੇ ਅੰਦਰ ਸਮੋਕ ਜਾ ਰਿਹਾ, ਧੂਆਂ ਜਾ ਰਿਹਾ। तो ਹੁਣ ਜਿਵੇਂ ਇੱਕ ਮੈਂ ਹੋਰ ਐਗਜ਼ਾਮਪਲ ਲੈਂਦੀ ਆ, ਪਾਰਟਨਰਸ਼ਿਪ ਹੁੰਦੀ ਹੈ, ਕਈ ਪਾਰਟਨਰ ਜਿਹੜੇ ਹੈ ਪੈਸਿਵ ਪਾਰਟਨਰ ਹੁੰਦੇ ਆ, ਮਤਲਬ ਦੋ ਬੰਦੇ ਬਿਜ਼ਨਸ ਕਰ ਰਹੇ हैं, ਤੀਸਰਾ ਬੰਦਾ ਕਹਿੰਦਾ ਮੈਂ ਪੈਸੇ ਪਾ ਦਿੰਦਾ ਆਪਣੇ, ਬਟ ਮੈਂ ਅੱਗੇ ਨਹੀਂ ਆਉਂਗਾ, ਮੈਂ ਪਿੱਛੇ ਰਹਿ ਕੇ ਕੰਮ ਕਰਾਂਗਾ, ਠੀਕ ਹੈ। ਉਹਨੂੰ ਅਸੀਂ ਪੈਸਿਵ ਪਾਰਟਨਰ ਕਹਿੰਦੇ ਆ। ਮਤਲਬ ਉਹ ਮਤਲਬ ਅਸਿੱਧੇ ਤੌਰ ਤੇ ਹੈ ਤਾਂ ਪਾਰਟਨਰ, ਬਟ ਉਹ ਐਕਟਿਵ ਪਾਰਟਨਰ ਨਹੀਂ ਹੈ, ਪੈਸਿਵ है ना। सो ਇਹ ਮਤਲਬ ਹੁੰਦਾ ਪੈਸਿਵ ਦਾ, ਠੀਕ ਹੈ। ਸੋ ਹੁਣ ਇੱਥੇ ਐਗਜ਼ਾਮਪਲ ਆਪਾਂ ਕੀ ਲਿੱਤੀ, ਇਹ ਬੜੀ ਇੱਕ ਦੁਖਦਾਈ ਸੱਚਾਈ ਹੈ ਕਿ ਬੱਚੇ ਜਿਹੜੇ ਹੈ ਉਹ ਪੈਸਿਵ ਸਮੋਕਿੰਗ ਦੇ ਸਭ ਤੋਂ ਵੱਡੇ ਸ਼ਿਕਾਰ ਹੁੰਦੇ ਆ, ਪੀੜਿਤ ਹੁੰਦੇ ਆ, ਵਿਕਟਿਮਸ, ਪੀੜਿਤ, ਹੈ ਨਾ। ਯਾਨੀ ਕਿ ਉਹ ਸਮੋਕਿੰਗ ਨਹੀਂ ਕਰ ਰਹੇ, ਫਿਰ ਵੀ ਉਹਨਾਂ ਦੇ ਅੰਦਰ ਉਹ ਇਦਾਂ ਲੱਗ ਰਿਹਾ ਕਿ ਸਮੋਕਿੰਗ ਕੀਤੀ ਹੈ, ਕਿਉਂਕਿ ਉਹਨਾਂ ਦੇ ਅੰਦਰ ਸਮੋਕ ਜਾ ਰਿਹਾ ਹੈ, ਕਿਉਂਕਿ ਪੈਸਿਵਲੀ ਜਾ ਰਿਹਾ ਹੈ, ਯਾਨੀ ਕਿਸੇ ਦੇ ਥਰੂ ਇਨਡਾਇਰੈਕਟਲੀ ਜਾ ਰਿਹਾ ਹੈ, ਇਨਡਾਇਰੈਕਟਲੀ ਉਹਨਾਂ ਦੇ ਅੰਦਰ ਧੂਆਂ ਜਾ ਰਿਹਾ ਹੈ, ठीक है। so it is sad truth that children are the biggest victims of passive smoking। next is adequate and inadequate। adequate ਹੁੰਦਾ ਹੈ proper, ਸਹੀ ਰੂਪ ਦੇ ਵਿੱਚ, ਹੈ ਨਾ, appropriate, sufficient। adequate मतलब ਜਿੰਨਾ ਚਾਹੀਦਾ ਉਨਾ, proper। so adequate ਦਾ ਜਿਵੇਂ have we got adequate food for 20 guests, ਕੀ ਸਾਡੇ ਕੋਲ 20 ਮਹਿਮਾਨਾਂ ਜੋਗਾ ਫੂਡ ਹੋਏਗਾ। adequate 20 ਮਹਿਮਾਨਾਂ ਲਈ ਪ੍ਰੋਪਰ ਫੂਡ ਹੋਏਗਾ, ਜਿੰਨਾ ਸਫੀਸ਼ੀਐਂਟ ਫੂਡ ਹੋਏਗਾ, ਹੈ ਨਾ। ਜਿਵੇਂ ਅਸੀਂ ਕਹਿੰਦੇ ਉੱਥੇ ਮੈਂ ਉਸ ਹੋਟਲ 'ਚ ਨਹੀਂ ਰਹਿਣਾ ਕਿਉਂਕਿ ਉੱਥੇ adequate ਪਾਵਰ ਸਪਲਾਈ ਨਹੀਂ, ਵਾਟਰ ਸਪਲਾਈ ਨਹੀਂ, ਉੱਥੇ ਪਾਣੀ ਦੀ ਪ੍ਰੋਪਰ ਨਹੀਂ ਹੈ ਸਪਲਾਈ। ਸੋ adequate ਨੂੰ ਅਸੀਂ ਪ੍ਰੋਪਰ ਵੀ ਕਹਿ ਸਕਦੇ ਹਾਂ, ਸਫੀਸ਼ੀਐਂਟ ਵੀ ਕਹਿ ਸਕਦੇ ਹਾਂ, ਜਿੰਨਾ ਚਾਹੀਦਾ ਉਨਾ, ਸਹੀ ਮਾਤਰਾ ਵਿੱਚ ਵੀ ਕਹਿ ਸਕਦੇ ਹਾਂ। ਸੋ have we got adequate food for 20 guests, ਕੀ ਸਾਡੇ ਕੋਲ 20 ਗੈਸਟ ਜੋਗਾ, 20 ਮਹਿਮਾਨਾਂ ਜੋਗਾ ਫੂਡ ਹੋ ਜਾਏਗਾ, ਜੋਗਾ ਜਿੰਨਾ ਉਹਨਾਂ ਨੂੰ ਚਾਹੀਦਾ ਹੈ ਉਹਨਾਂ ਦੇ ਲਈ ਹੋ ਜਾਏਗਾ ਫੂਡ। inadequate ਹੁੰਦਾ ਹੈ improper, ਸਹੀ ਤਰੀਕੇ ਨਾਲ ਨਹੀਂ। for example, the parking facilities are inadequate for this busy shopping center। ਇਸ ਇੰਨੇ ਬਿਜ਼ੀ ਸ਼ਾਪਿੰਗ ਸੈਂਟਰ ਦੇ ਵਿੱਚ ਪਾਰਕਿੰਗ ਫੈਸਿਲਿਟੀਜ਼ ਠੀਕ ਨਹੀਂ ਹੈ, ਇਨਐਡਿਕੁਏਟ ਹੈ, ਪੂਰੀਆਂ ਨਹੀਂ ਹੈ,
जिन्नियां चाहिदियां ने, सफिशिएंट नहीं है, इनएडिक्वेट है, ठीक है। सो एडिक्वेट एंड इनएडिक्वेट। पार्किंग फैसिलिटीज, पार्किंग ਤੁਹਾਨੂੰ ਪਤਾ ਹੋਏਗਾ ਸ਼ਾਪਿੰਗ ਸੈਂਟਰਸ ਦੇ ਵਿੱਚ ਜਾਂ ਕਿਤੇ ਵੀ ਅਸੀਂ ਜਾਂਦੇ ਆਪਾਂ ਆਪਣੀ ਗੱਡੀ ਪਾਰਕ ਕਰਦੇ ਆ ਨਾ, ਤਾਂ ਉਹਨੂੰ ਕੀ ਕਹਿੰਦੇ ਆ, ਪਾਰਕਿੰਗ ਏਰੀਆ ਕਹਿੰਦੇ ਆ, ਹੈ ਨਾ। ਤੁਸੀਂ ਕਈ ਜਗ੍ਹਾ ਬੋਰਡ ਵੀ ਪੜਿਆ ਹੋਏਗਾ, नो ਪਾਰਕਿੰਗ, ਕਿ ਇੱਥੇ ਗੱਡੀ ਤੁਸੀਂ ਪਾਰਕ नहीं कर सकते। पार्क करना मतलब गड्डी नू लगाना, पार्किंग, ठीक है। सो इस शॉपिंग सेंटर दे विच, इन्ने बिजी शॉपिंग सेंटर दे विच पार्किंग फैसिलिटीज ठीक नहीं है, जिन्नियां चाहिए उन्नियां नहीं है, इनएडिक्वेट है, सफिशिएंट नहीं है, इम्प्रॉपर है। ओके, एनी क्वेश्चंस बच्चे? इफ यू फेस एनी प्रॉब्लम इन दिस यू कैन आस्क मी। Okay, so we should move to next slide. Next is convenient and inconvenient. ये word से बहुत सुनया होएगा। Convenient ਹੁੰਦਾ है आरामदायक, ਆਪਾਂ ਕਹਿ ਸਕਦੇ ਹਾਂ आरामदायक, है ना भाई। हाँ जी गगनदीप। Ma'am, I beg your pardon, ma'am. Due to some network error, I could not heard last sentence. I could not hear. Here, ma'am. Sorry. ठीक है। I was unable to hear. Okay, ये भी कह सकते हैं I was unable to get, I was unable to hear, ठीक है। Last, Okay. Ma'am, last yes. one, Yes, ma'am. inadequate, Ma'am, or yes. both of them? Inadequate. Both of them or only inadequate? बच्चे दोनों या इको ही? चलो, एडिक्वेट मतलब जिन्ना चाहिए है, सफिशिएंट, जिन्ना जरूरी है, ठीक है। इनएडिक्वेट मतलब जिन्ना चाहिए उन्ना नहीं है, जिन्ना जरूरी है, जिन्ना सफिशिएंट है, जिन्ना प्रॉपरली अपन नू चाहिए है, दैट इज इनएडिक्वेट। जिवें मैं पूछा हैव वी गॉट एडिक्वेट फूड फॉर 20 गेस्ट्स, की साडे कोल 20 गेस्ट जोगा, 20 गेस्ट जोगा फूड हो जाएगा, उन्हां दे लई जिन्ना चाहिए है उन्ना फूड होएगा प्रॉपर। हैव वी गॉट एडिक्वेट फूड फॉर 20 गेस्ट्स। इनएडिक्वेट हुंदा है जिन्ना चाहिए उन्ना नहीं, लाइक जो सफिशिएंट नहीं है। The parking facilities are inadequate for this busy shopping center. इन्ने busy shopping center, shopping center तो पता है जिथे लोग जाके shopping करते हैं या mall कह देंगे असी, इन्ने busy shopping center दे विच parking facilities inadequate ने, यानी जिद्दां दियां चाहिदियां ने उदां दियां नहीं है, ठीक है ना। जिवें असी एग्जांपल लिती कि आपां कहने कि मैं इस होटल च नहीं रुकना, इस होटल च सारी फैसिलिटीज जिहड़ियां है, वाटर फैसिलिटीज या इलैक्ट्रिसिटी दी इलैक्ट्रिक फैसिलिटीज वो इनएडिक्वेट ने, मतलब सही नहीं है, जिन्नियां चाहिदियां ने, जिद्दां दियां चाहिदियां उदां दियां नहीं है, ठीक है। यानी ये आप इदां भी गल कर सकते हैं कि इस कॉलोनी, जिस कॉलोनी च मैं रहनी हाँ उत्थे एडिक्वेट पावर सप्लाई है, एडिक्वेट वाटर सप्लाई है, ठीक है। सो एडिक्वेट मींस सफिशिएंट, प्रॉपर, एप्रोप्रिएट। हाँ, एक बच्चा पूछ रहा है फ्रस्ट्रेटेड। फ्रस्ट्रेट हुंदा है खिज जाना किसी चीज तो, खिजाहट हो जानी, फ्रस्ट्रेटेड, कि ओनू बड़ी खिजाहट फील हो रही सी, शी वाज फीलिंग फ्रस्ट्रेटेड, ठीक है। हाँ जी, नेक्स्ट इज कन्वीनियंट और इनकन्वीनियंट। ये वर्ड आप बहुत यूज करते हैं। आई थिंक गगन दा हैंड रेज है। हाँ जी गगन। मैम वो पहला वाला ही सी। अच्छा जी, एडिक्वेट काफी, इनएडिक्वेट ना काफी, सही है जी, बिल्कुल सही है। मैम एक ਆਪਾਂ मैम ਹੁਣੇ ਇੱਕ वर्ड बोले सी heard, मैम ਉਹਦਾ ਕੀ heard ਬੱਚੇ, heard ਹੁੰਦਾ ਹੈ ਸੁਣਿਆ। ਜਿਵੇਂ ਤੁਸੀਂ ਕਿਹਾ I could not hear, heard, heard, ਇਹ ਤਿੰਨ ਫਾਰਮਸ ਹੁੰਦੇ ਨੇ, hear, heard, heard। ਫਿਰ ਅਸੀਂ heard ਬੋਲਿਆ ਸੀ, ਫਿਰ ਮੈਮ ਇਹ ਗਲਤ ਸੀਗਾ। ਹਾਂਜੀ ਬੇਟੇ, ਕਿਉਂਕਿ ਤੁਸੀਂ could ਆਲਰੇਡੀ could ਲਗਾ ਚੁੱਕੇ ਹੋ ਨਾ। ਤੁਸੀਂ ਸੈਕੰਡ ਫਾਰਮ, ਇੱਕ ਸੈਂਟੈਂਸ ਦੇ ਵਿੱਚ ਦੋ ਵਾਰ ਅਸੀਂ ਸੈਕੰਡ ਫਾਰਮ ਨਹੀਂ ਯੂਜ਼ ਕਰ ਸਕਦੇ। ਅਗਰ ਮੈਂ ਕਿਹਾ, ਜਿਵੇਂ ਅਸੀਂ ਕਿਹਾ she goes ਹੋ ਜਾਂਦੀ ਹੈ, she did not go, ਆਪਾਂ did ਲਗਾ ਕੇ ਸੈਕੰਡ ਫਾਰਮ ਲਗਾਤੀ ਨਾ, ਫਿਰ ਆਪਾਂ did not go ਲਗਾਵਾਂਗੇ। ਜਿਵੇਂ I would go, she would go, ਅਸੀਂ will ਦੀ ਸੈਕੰਡ ਫਾਰਮ would ਲਗਾਤੀ, ਫਿਰ ਅਸੀਂ she would went ਨਹੀਂ ਲਗਾਵਾਂਗੇ।
2 ਵਾਰ ਇਕੱਠੀਆਂ ਅਸੀਂ ਸੈਕੰਡ ਫਾਰਮਸ ਨਹੀਂ ਲਗਾਉਂਦੇ ਹੁੰਦੇ। ओके मैम। हाँ जी, ठीक है ना। सो आई कुड नॉट हियर, मैं सुन नहीं सकी। आई कुड नॉट हियर, आई वॉज अनेबल टू हियर। हुन वॉज लगाता ना, आई वॉज अनेबल टू हियर। यस मैम। ठीक है, सेकंड फॉर्म लग गई पहले, फिर अपन 2 बार सेकंड फॉर्म नहीं लगाते। ठीक है, ओके, थैंक यू मैम। ओके जी। मैम ये हाँ जी, डेमोन्स्ट्रेट द मीनिंग कवलजीत कौर, डेमोन्स्ट्रेट ਹੁੰਦਾ ਹੈ शो करना, किसी चीज ਨੂੰ सामने पेश करना, डेमोन्स्ट्रेट। ठीक है, हाँ जी। कन्वीनियंट एंड इनकन्वीनियंट। कन्वीनियंट ਹੁੰਦਾ ਹੈ ਜਿਵੇਂ ਆਪਾਂ ਕਹਿੰਦੇ ਆ ਇਹ ਟਾਈਮ ਤੁਹਾਨੂੰ ਕਨਵੀਨੀਐਂਟ ਹੈ, ਇਹ ਤੁਹਾਡੇ ਲਈ ਠੀਕ ਹੈ, ਟਾਈਮ ਤੁਹਾਡੇ ਲਈ ਕੰਫਰਟੇਬਲ ਕਹਿ ਸਕਦੇ ਆ ਆਪਾਂ, ਕਨਵੀਨੀਐਂਟ ਹੈ, ਇੰਨੇ ਵਜੇ ਆਣਾ ਤੁਹਾਡੇ ਲਈ ਕਨਵੀਨੀਐਂਟ ਰਹੇਗਾ। ਠੀਕ ਹੈ, ਜਮਨਦੀਪ ਸਿੰਘ ਇਹਦੀ ਵੀ ਪ੍ਰੋਪਰ ਪੰਜਾਬੀ ਦੱਸੋ ਕਨਵੀਨੀਐਂਟ ਦੀ ਕੀ ਹੋਏਗੀ, ਕਿ ਰਾਤੀ ਮੈਂ ਤੁਹਾਨੂੰ 10 ਵਜੇ ਬੁਲਾਵਾਂਗੀ, ਤੁਹਾਡੇ ਲਈ ਕਨਵੀਨੀਐਂਟ ਰਹੇਗਾ, ਤੁਹਾਨੂੰ ਠੀਕ ਰਹੇਗਾ, ਇਹ ਆਪਾਂ ਇਦਾਂ ਕਹਿ ਸਕਦੇ ਹਾਂ ਨਾ, ਵੀ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਏਗੀ, ਤੁਹਾਡੇ ਲਈ ਉਹ ਪ੍ਰੋਬਲਮੈਟਿਕ ਤਾਂ ਨਹੀਂ ਹੋਏਗਾ। ਸੋ ਕਨਵੀਨੀਐਂਟ ਮਤਲਬ ਤੁਹਾਡੇ ਹਿਸਾਬ ਨਾਲ ਹੋਏਗਾ, ਤੁਹਾਡੇ ਸੁਵਿਧਾਜਨਕ। ਵੈਰੀ ਗੁੱਡ, ਵੈਰੀ ਨਾਈਸ। ਠੀਕ ਹੈ, ਵੀ ਤੁਹਾਨੂੰ ਸੁਵਿਧਾ ਹੋਏਗੀ। 13339 बेटा अपना नाम भी जरूर लिखो so that I can thank you properly. सो कन्वीनियंट मतलब ਤੁਹਾਨੂੰ ਸੁਵਿਧਾ ਰਹੇਗੀ, ਸੁਵਿਧਾਜਨਕ, और इनकन्वीनियंट जो ਤੁਹਾਨੂੰ ਸੁਵਿਧਾ असुविधाजनक है ना। फॉर एग्जांपल, it is very convenient to pay by credit or debit card. डेबिट कार्ड या क्रेडिट कार्ड नाल पे करना बड़ा कन्वीनियंट ਹੁੰਦਾ ਹੈ, बड़ी ਸੁਵਿਧਾ ਰਹਿੰਦੀ ਹੈ ਉਹਦੇ ਵਿੱਚ, है ना। डेबिट कार्ड क्रेडिट कार्ड आई थिंक ਸਾਰਿਆਂ ਨੂੰ ਪਤਾ ਹੋਏਗਾ, ਜੇ ਕਿਸੇ ਨੂੰ ਨਹੀਂ ਪਤਾ ਕੋਈ ਲਿਖੇ ਜਿਹਨੂੰ ਨਹੀਂ ਪਤਾ। अगर किसी ਨੂੰ नहीं पता क्रेडिट कार्ड्स ਕੀ ਹੁੰਦੇ, डेबिट कार्ड्स ਕੀ ਹੁੰਦੇ, ਉਹ ਲਿਖੋ। आई थिंक ਸਾਰਿਆਂ ਨੂੰ ਅੱਜਕੱਲ ਪਤਾ ਹੁੰਦਾ ਹੈ। ओके, सो इट्स गुड कि ਤੁਹਾਨੂੰ ਸਾਰਿਆਂ ਨੂੰ ਪਤਾ ਹੈ डेबिट कार्ड क्रेडिट कार्ड्स ਕੀ ਹੁੰਦੇ। डेबिट कार्ड्स ਕੀ ਹੁੰਦੇ ਆ। ओके ओके, हाँ जी बेटा। क्रेडिट कार्ड ਤਾਂ ਜਿਵੇਂ ਤੁਸੀਂ ਇੱਕ ਤਰੀਕੇ ਨਾਲ ਬੈਂਕ ਤੋਂ ਲੋਨ ਲੈ ਰਹੇ ਹੋ, ਤੁਹਾਡੇ ਅਕਾਊਂਟ 'ਚ ਪੈਸੇ ਨਹੀਂ ਹੈ, ਤੁਸੀਂ ਕ੍ਰੈਡਿਟ ਕਾਰਡ ਤੋਂ ਪੇਮੈਂਟ ਕੀਤੀ, ਹੁਣ ਤੁਸੀਂ ਬੈਂਕ ਦੇ ਦੇਣਦਾਰ ਹੋ। सपोज करो मेरे को HDFC बैंक का क्रेडिट कार्ड है, मेरे अकाउंट 'ਚ पैसे नहीं है, बट मैं कोई चीज लेनी है, एक क्रेडिट ਹੁੰਦਾ है। बच्चे कार्ड, हाँ प्लास्टिक कार्ड ਹੁੰਦੇ हैं, कैन आई हैव माय कार्ड, डेबिट कार्ड, so that I can show them. So a plastic card नहीं बेटे, simple cards ਹੁੰਦੇ हैं, I am going to show you. So it is very convenient to pay. Credit card ਹੁੰਦਾ ਹੈ ਜਦੋਂ ਤੁਸੀਂ ਤੁਹਾਡੇ ਅਕਾਊਂਟ ਵਿੱਚ ਪੈਸੇ ਨਹੀਂ ਹੈ बट ਤੁਸੀਂ पे कर रहे हो। क्रेडिट मतलब ਹੁੰਦਾ ਹੈ ਉਧਾਰ, है ना, ਉਹ ਤੁਸੀਂ पे करने है। हाँ, गुरपिंदर कौर कह रही है डेबिट कार्ड that can be used instead of cash when। डेबिट कार्ड और क्रेडिट कार्ड फर्क की है, काम दोनों सेम कर रहे हैं, बट डेबिट कार्ड कोई बच्चे प्लास्टिक कार्ड्स नहीं होंगे, प्लास्टिक कार्ड्स नहीं होंगे, लाइक इदा नहीं कार्ड्स होंगे, यू कैन सी दिस, इदा नहीं सिंपल कार्ड्स होंगे हैं। ठीक है, सो दीज आर डेबिट कार्ड्स that can be used instead of cash। हाँ, डेबिट कार्ड मतलब ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਹੈ, ਤੁਸੀਂ ਉਸੇ ਪੈਸੇ ਤੋਂ ਪੇਮੈਂਟ ਕਰ ਰਹੇ ਹੋ। ਕ੍ਰੈਡਿਟ ਕਾਰਡ मतलब ਤੁਸੀਂ ਉਹ ਪੈਸੇ ਵਾਪਸ ਦੇਣੇ ਬੈਂਕ ਨੂੰ ਵਿਦ ਇੰਟਰਸਟ, ਉਹ ਤੁਹਾਡੇ ਤੇ ਕਰਜ਼ਾ ਹੈ, ਔਰ ਡੈਬਿਟ ਕਾਰਡ ਤੁਹਾਡੇ ਤੇ ਕਰਜ਼ਾ ਨਹੀਂ, ਉਹ ਤੁਹਾਡੇ ਅਕਾਊਂਟ ਵਿੱਚ ਪੈਸੇ ਜਾ ਰਹੇ ਹਨ। ਸੋ ਇਟ ਇਜ਼ ਵੈਰੀ ਕਨਵੀਨੀਐਂਟ, मतलब ਤੁਹਾਡੇ ਕੋਲ ਐਟ ਅ ਟਾਈਮ ਪੈਸੇ ਨਾ ਹੋਣ, ਤੁਹਾਡੇ ਕੋਲ ਡੈਬਿਟ ਜਾਂ ਕ੍ਰੈਡਿਟ ਕਾਰਡ ਹੋਏ ਤਾਂ ਤੁਸੀਂ ਪੇ ਕਰ ਸਕਦੇ ਹੋ। ਠੀਕ ਹੈ, ਇਟ ਇਜ਼ ਆਲਸੋ ਕਾਲਡ ਪਲਾਸਟਿਕ ਮਨੀ। यस मनप्रीत कौर, इट इज ऑल्सो कॉल्ड प्लास्टिक मनी, क्योंकि एक तरीके से प्लास्टिक दे ही बने होंगे हैं, है ना। सो इट इज वेरी कन्वीनियंट टू पे बाय क्रेडिट और डेबिट कार्ड। ठीक है जी, शॉपिंग कर सकते हैं डेबिट कार्ड नाल, बिल्कुल बच्चे क्रेडिट कार्ड नाल भी शॉपिंग कर सकते हो, बट ये है कि क्रेडिट कार्ड जिहड़ा क्रेडिट कार्ड हुंदा है ना, ਉਹ ਤੁਸੀਂ ਇੱਕ ਤਰੀਕੇ ਦਾ ਲੋਨ ਲੈ ਰਹੇ ਹੋ। ਤੁਸੀਂ ਗੱਲ ਨੂੰ ਸਮਝੋ, ਸ਼ਾਪਿੰਗ ਅਸੀਂ ਦੋਨਾਂ ਨਾਲ ਕਰ ਸਕਦੇ ਹਾਂ, ਸ਼ਾਪਿੰਗ ਅਸੀਂ ਦੋਨਾਂ ਨਾਲ ਕਰ ਸਕਦੇ ਹਾਂ। ਕ੍ਰੈਡਿਟ ਕਾਰਡ ਤੁਸੀਂ ਇੱਕ ਤਰੀਕੇ ਦਾ ਬੈਂਕ ਤੋਂ ਲੋਨ ਲੈ ਰਹੇ ਹੋ ਕਿ ਮੇਰੇ ਕੋਲ ਪੈਸੇ ਨਹੀਂ ਹੈ ਔਰ ਤੁਸੀਂ ਉਹ ਵਾਪਸ ਪੇ ਕਰਨੇ ਹੈ ਵਿਦ ਇੰਟਰਸਟ। ਡੈਬਿਟ ਕਾਰਡ ਨਾਲ ਇਹ ਹੁੰਦਾ ਹੈ ਕਿ ਤੁਸੀਂ ਪੈਸੇ ਤੁਹਾਡੇ ਆਪਣੇ ਅਕਾਊਂਟ ਚੋਂ ਹੀ ਜਾ ਰਹੇ हैं। समझ गए? हाँ जी, गगनदीप कौर।
ਮੈਮ ਜਿਸ ਤਰ੍ਹਾਂ ਕ੍ਰੈਡਿਟ ਕਾਰਡ ਮੈਮ ਜਿਸ ਮੈਮ ਦੇਖੋ ਆਪਾਂ ਲੋਨ ਲੈਂਦੇ ਹਾਂ ਮੈਮ ਜਿਸ ਤਰ੍ਹਾਂ ਦੇਖੋ ਕਿ ਬਾਈ ਚਾਂਸ ਮੈਮ ਆਪਣੇ ਕੋਲ ਮੈਮ ਮਤਲਬ ਕਿ ਇੱਕਦਮ ਮਤਲਬ ਪਤਾ ਨਹੀਂ ਲੱਗਦਾ ਕਿ ਆਪਣੀ ਮਨੀ ਖਤਮ ਹੋ ਜਾਂਦੀ ਹੈਗੀ ਹੈ ਡੈਬਿਟ ਕਾਰਡ ਵਾਲੀ ਤੇ ਮੈਮ ਆਪਾਂ ਕ੍ਰੈਡਿਟ ਕਾਰਡ ਉੱਥੇ ਯੂਜ਼ ਕਰ ਸਕਦੇ ਭਾਵੇਂ ਆਪਾਂ ਉਹਨਾਂ ਕੋਲ ਪਰਮਿਸ਼ਨ ਲਈ ਵੀ ਹੈ ਕਿ ਨਹੀਂ? ਬੱਚੇ ਉਹਦੇ ਲਈ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੋਣਾ ਚਾਹੀਦਾ। ਦੋਨੋਂ ਕਾਰਡ ਡਿਫਰੈਂਟ ਹੁੰਦੇ ਕਾਰਡ ਹੀ ਡਿਫਰੈਂਟ ਹੁੰਦੇ ਆ। ਡੈਬਿਟ ਕਾਰਡ ਦੇ ਵਿੱਚ ਅਗਰ ਤੁਹਾਡਾ ਅਕਾਊਂਟ 'ਚ ਪੈਸੇ ਨਹੀਂ ਹੈ ਡੈਬਿਟ ਕਾਰਡ ਚੱਲੇਗਾ ਹੀ ਨਹੀਂ। ਅਗਰ ਮੰਨ ਲਓ ਤੁਸੀਂ 10,000 ਨਿਕਲਵਾਣੇ ਹੈ ਪਰ ਤੁਹਾਡੇ ਅਕਾਊਂਟ ਵਿੱਚ ਪੈਸੇ ਹੀ ਨਹੀਂ ਹੈ ਤਾਂ ਤੁਹਾਨੂੰ ਮੈਸੇਜ ਆ ਜਾਏਗਾ ਕਿ ਤੁਹਾਡੀ ਇਹ ਲਿਮਿਟ ਓਵਰ ਹੋ ਗਈ ਹੈ, ਸਮਝ ਗਏ? ਬਟ ਜੇ ਤੁਸੀਂ ਕ੍ਰੈਡਿਟ ਕਾਰਡ ਨਾਲ ਕਰਦੇ ਹੋ, ਅਗਰ ਕਾਰਡ ਹੋਣੇ ਚਾਹੀਦੇ ਤੁਹਾਡੇ ਕੋਲ, ਡੈਬਿਟ ਕਾਰਡ ਅਲੱਗ ਹੁੰਦਾ ਹੈ, ਕ੍ਰੈਡਿਟ ਕਾਰਡ ਅਲੱਗ ਹੁੰਦਾ ਹੈ। ਅਗਰ ਤੁਸੀਂ ਕ੍ਰੈਡਿਟ ਕਾਰਡ ਲੈ ਲੈਂਦੇ ਹੋ ਨਾ ਤਾਂ ਫਿਰ ਤੁਸੀਂ ਉਹ ਪੈਸੇ ਦੇਣੇ ਹੁੰਦੇ ਹੈ ਉੱਥੇ ਮਤਲਬ ਇੱਕ ਹਾਂ ਬਿਲਕੁਲ ਸਹੀ ਕਿਹਾ, ਡਿਊ ਡੇਟ ਤੱਕ ਤੁਸੀਂ ਵਾਪਸ ਕਰਨਾ ਹੁੰਦਾ ਕਿ ਤੁਸੀਂ ਇਹ ਵਾਪਸ ਕਰੋ ਔਰ ਵਾਪਸ ਜਦੋਂ ਮਤਲਬ ਮੰਨ ਲਓ ਤੁਸੀਂ 2 ਮਹੀਨੇ ਬਾਅਦ ਵਾਪਸ ਕਰੋ ਤਾਂ ਤੁਸੀਂ ਉਹਨੂੰ ਵਿਦ ਇੰਟਰਸਟ ਵਾਪਸ ਦਿਓਗੇ, ਉਹਦੇ ਵਿੱਚ ਤੁਹਾਨੂੰ ਵਿਆਜ ਲੱਗੇਗਾ। ਡੈਬਿਟ ਕਾਰਡ ਦੇ ਵਿੱਚ ਤੁਹਾਨੂੰ ਵਿਆਜ ਨਹੀਂ ਲੱਗੇਗਾ, ਸਮਝੋ? ਮੈਮ ਇੱਕ ਹਿਸਾਬ ਦਾ ਮੀਨਿੰਗ ਕਿ ਆਪਾਂ ਕਰਜ਼ਾ ਚੁੱਕ ਰਹੇ ਹਾਂ ਬੈਂਕ ਤੋਂ, ਇੱਕ ਤਰੀਕੇ ਦਾ ਆਪਾਂ ਕਰਜ਼ਾ ਲੈ ਰਹੇ ਹਾਂ। ਮਤਲਬ ਮੇਰੇ ਕੋਲ ਔਨ ਦ ਸਪੌਟ ਪੈਸੇ ਨਹੀਂ ਹੈ ਬਟ ਮੇਰੇ ਕੋਲ ਕ੍ਰੈਡਿਟ ਕਾਰਡ ਹੈ, ਇਟ ਮੀਨਸ ਮੈਂ ਬੈਂਕ ਤੋਂ ਉਹ ਕ੍ਰੈਡਿਟ ਲੈ ਰਹੀ ਹਾਂ। ਕ੍ਰੈਡਿਟ ਮਤਲਬ ਉਧਾਰ ਲੈ ਰਹੀ ਹਾਂ, ਠੀਕ ਹੈ ਨਾ? ਪਰ ਡੈਬਿਟ ਕਾਰਡ 'ਚ ਮੇਰੇ ਬੈਂਕ ਤੋਂ ਪੈਸੇ ਡੈਬਿਟ ਹੋ ਰਹੇ ਆ, ਮਤਲਬ ਮੇਰੇ ਬੈਂਕ 'ਚੋਂ ਮੇਰੇ ਹੀ ਪੈਸੇ ਹੈ। ਉੱਥੇ ਕਨਵੀਨੀਅੰਸ ਜ਼ਿਆਦਾ ਹੈ ਡੈਬਿਟ ਕਾਰਡ ਦੇ, ਤੁਹਾਡੇ ਸਿਰ ਤੇ ਬੋਝ ਨਹੀਂ ਹੁੰਦਾ। ਓਕੇ ਠੀਕ ਹੈ, ਥੈਂਕ ਯੂ ਮੈਮ। ਹਾਂ, ਜੇ ਅਸੀਂ ਕ੍ਰੈਡਿਟ ਕਾਰਡ ਨਾਲ ਸ਼ਾਪਿੰਗ ਕਰਦੇ ਹਾਂ ਫਿਰ ਇੰਟਰਸਟ ਵਿੱਚ ਐਡ ਕਰਕੇ ਬਾਅਦ ਵਿੱਚ ਪੇ ਕਰਨਾ ਪੈਂਦੇ ਨੇ। ਬਿਲਕੁਲ ਸਹੀ ਜੀ ਜਸਪ੍ਰੀਤ ਕੌਰ, ਬਿਲਕੁਲ ਸਹੀ ਕਿਹਾ। ਠੀਕ ਹੈ, ਸੋ ਇਟ ਇਜ਼ ਵੈਰੀ ਕਨਵੀਨੀਐਂਟ। ਇਹ ਬੜਾ ਸੁਵਿਧਾਜਨਕ ਹੈ, ਤੁਹਾਨੂੰ ਪੈਸੇ ਨਹੀਂ ਨਾਲ ਚੁੱਕਣੇ ਪੈਂਦੇ ਹੈ। ਤੁਹਾਨੂੰ ਅਚਾਨਕ ਜ਼ਰੂਰਤ ਪੈ ਜਾਏ ਤਾਂ ਤੁਹਾਡੇ ਲਈ ਕ੍ਰੈਡਿਟ ਕਾਰਡ ਬੜਾ ਯੂਜ਼ਫੁਲ ਹੁੰਦਾ ਹੈ। ਅਦਰਵਾਈਜ਼ ਵੈਸੇ ਕ੍ਰੈਡਿਟ ਕਾਰਡ ਦੇ ਨਾਲ ਆਈ ਡੋਂਟ ਸੁਜੈਸਟ ਕਿ ਕਰਨਾ ਚਾਹੀਦਾ ਹੈ, ਬਟ ਕਦੇ ਤੁਹਾਨੂੰ ਬਹੁਤ ਜ਼ਰੂਰਤ ਪੈ ਜਾਂਦੀ ਜਾਂ ਫਿਰ ਜਿਵੇਂ ਜਿਹੜੇ ਬੱਚੇ ਫੋਰਨ ਜਾਂਦੇ ਆ ਪੜ੍ਹਾਈ ਕਰਨ, ਉਹਨਾਂ ਨੂੰ ਪੇਮੈਂਟ ਕ੍ਰੈਡਿਟ ਕਾਰਡ ਦੇ ਥਰੂ ਹੀ ਉਹਨਾਂ ਦੀ ਇਨੀਸ਼ੀਅਲ ਪੇਮੈਂਟਸ ਹੁੰਦੀਆਂ ਨੇ, ਉੱਥੇ ਬੜਾ ਯੂਜ਼ਫੁਲ ਹੁੰਦਾ ਹੈ। ਠੀਕ ਹੈ, ਸੋ ਇਟ ਇਜ਼ ਵੈਰੀ ਕਨਵੀਨੀਐਂਟ। ਇਨਕਨਵੀਨੀਐਂਟ ਹੁੰਦਾ ਹੈ असुविधाजनक कोई चीज है ना। क्रेडिट कार्ड की भी लिमिट होंगी है, बिल्कुल होंगी है जी, बिल्कुल होंगी है। क्रेडिट ऐसा नहीं कि असं जिन्ने मर्जी पैसे कढ़ाई जाइए, ਉਹਦੀ भी लिमिट होंगी है। तुसी एक सर्टन लिमिट तक पैसे निकलवा सकते हो, उस तो बाद नहीं निकलवा सकते। यानी उधार लैण की भी लिमिट होंगी है, बिल्कुल सही। ओके, कैन यू कम एट 10:30? I know it is inconvenient for you, but I must see you। ਇਹਦਾ ਮਤਲਬ ਹੈ ਤੁਸੀਂ 10:30 ਤੱਕ ਆ ਸਕਦੇ ਹੋ। ਮੈਨੂੰ ਪਤਾ ਹੈ ਤੁਹਾਡੇ ਲਈ ਇਨਕਨਵੀਨੀਐਂਟ ਹੈ, ਤੁਹਾਨੂੰ ਮਤਲਬ ਖੇਚਲ, ਇਨਕਨਵੀਨੀਐਂਸ ਹੁੰਦੀ ਹੈ ਖੇਚਲ, ਕਿ ਤੁਹਾਡੇ ਲਈ ਖੇਚਲ ਹੋਏਗੀ, ਬਟ ਇਹ ਹੈ ਕਿ ਮੈਂ ਤੁਹਾਨੂੰ ਮਿਲ ਲਵਾਂਗੀ, ਹੈ ਨਾ। ਸੋ ਕੈਨ ਯੂ ਕਮ ਐਟ 10:30? ਆਈ ਨੋ ਇਟਸ ਇਨਕਨਵੀਨੀਐਂਟ ਫॉर ਯੂ ਬਟ ਆਈ ਮਸਟ ਸੀ ਯੂ। ਠੀਕ ਹੈ, ਸੋ ਇਨਕਨਵੀਨੀਐਂਟ ਹੋ ਜਾਂਦੀ ਹੈ ਅਸੁਵਿਧਾ ਜਨਕ ਹੋਣਾ ਕਿਸੇ ਚੀਜ਼ ਦਾ, ਖੇਚਲ ਭਰਿਆ ਹੋਣਾ। ਕਨਵੀਨੀਐਂਟ, ਇਨਕਨਵੀਨੀਐਂਟ। ठीक है जी। नेक्स्ट इज कैपेबल एंड इनकैपेबल। कैपेबल भी वही चीज है जिवें किसी काम नूं करन दे योग होना, काबिल होना। बिल्कुल सही, गगनदीप कौर ने बिल्कुल ठीक लिखा है, काबिल होना किसी चीज दे। अच्छा 1339 गगनदीप कौर है, ठीक है। और इनकैपेबल होना है किसी चीज दे लई ना काबिल। समर्था नहीं बच्चे, समर्था होंदी है कैपेसिटी। समर्था इज कैपेसिटी, कैपेबल मीन्स काबिल। ये दोनों मिलते जुलते हैं, याद रहेगा। किसी काम नूं करन दी कैपेसिटी होना, किसी काम नूं करन दे योग होना। ठीक है, कैपेबिलिटी या कैपेसिटी, यस कैपेबिलिटी भी कह सकते हैं, मतलब वो हो गई समर्था। कैपेबल होना समर्थ होना, काबिल होना, योग होना। ठीक है, और इनकैपेबल मतलब किसी काम नूं करन दे असमर्थ होना, असमर्थ होना, अयोग होना। फॉर एग्जाम्पल, You are capable of better work than this। तुसी इस काम तो ज्यादा वधिया करन दे लई योग हो। You are capable of better work than this। तुसी इस तो वधिया काम करन दे योग हो। Incapable, she seemed incapable of taking decisions। Decisions ਹੁੰਦੇ हैं फैसले, decisions। Decisions means फैसले। She seemed, वो इतना लग रही सी कि decision ਲੈਣ ਦੇ असमर्थ है ना, इनकेपेबल है, वो डिसीजन नहीं ले पा रही, अयोग है। शी सीम्ड इनकेपेबल ऑफ टेकिंग
decisions, decision means फैसले. Next is complete and incomplete. Complete मतलब पूरा, incomplete means अधूरा. मुकम्मल, very nice. मुकम्मल word बहुत सोना है. Complete. You make the failure complete if you stop trying. ਜਦੋਂ ਤੁਸੀਂ ਟਰਾਈ ਕਰਨਾ ਬੰਦ ਕਰ ਦਿੰਦੇ ਹੋ, ਕੋਸ਼ਿਸ਼ ਕਰਨਾ ਬੰਦ ਕਰਦੇ ਹੋ, ਤੁਸੀਂ ਫੇਲਿਅਰ ਨੂੰ ਮੁਕੰਮਲ ਕਰ ਦਿੰਦੇ ਹੋ, ਅਸਫਲਤਾ ਨੂੰ ਮੁਕੰਮਲ ਕਰ ਦਿੰਦੇ ਹੋ. ਇਹਦਾ ਕੀ ਮਤਲਬ ਹੈ? ਅਗਰ ਅਸੀਂ ਟਰਾਈ ਕਰ ਰਹੇ ਹਾਂ, ਭਾਵੇਂ ਅਸੀਂ ਅਸਫਲ ਹੋਵਾਂਗੇ ਪਰ ਪੂਰੀ ਤਰ੍ਹਾਂ ਨਹੀਂ ਹੋਵਾਂਗੇ, ਪਰ ਜਦੋਂ ਅਸੀਂ ਟਰਾਈ ਨਹੀਂ ਕਰਾਂਗੇ, ਸੀਮ ਦਾ ਮਤਲਬ ਹੈ ਬੱਚੇ, ਆਜ਼ਾਦਵਿੰਦਰ ਐਂਡ ਸੁਪਨ, ਸੀਮ ਮਤਲਬ ਲੱਗਦੀ ਹੈ, ਲੱਗਣਾ. ਜਿਵੇਂ ਅਸੀਂ ਕਿਹਾ she seemed to be ill, ਉਹ ਏਦਾਂ ਲੱਗ ਰਹੀ ਹੈ ਜਿਵੇਂ ਬਿਮਾਰ ਹੈ. she seemed to be happy, ਉਹ ਖੁਸ਼ ਲੱਗ ਰਹੀ ਹੈ, ਜਾਪਣਾ ਹੈ ਨਾ, ਆਪਾਂ ਕਹਿੰਦੇ ਹਾਂ ਉਹ ਏਦਾਂ ਜਾਪ ਰਿਹਾ ਹੈ, ਏਦਾਂ ਜਾਪ ਰਿਹਾ ਹੈ ਨਾ, ਜਾਪ ਰਿਹਾ ਮਤਲਬ ਏਦਾਂ ਲੱਗ ਰਿਹਾ ਹੈ. she seemed incapable of taking decision, ਉਹ ਫੈਸਲੇ ਲੈਣ ਦੇ ਸਮਰੱਥ ਨਹੀਂ ਜਾਪ ਰਹੀ. ਠੀਕ ਹੈ ਨਾ. complete ਮਤਲਬ ਮੁਕੰਮਲ. you make the failure complete if you stop trying. ਅਗਰ ਤੁਸੀਂ ਟਰਾਈ ਕਰਨਾ ਬੰਦ ਕਰ ਦਿੰਦੇ ਹੋ, ਤੁਸੀਂ ਫੇਲਿਅਰ ਨੂੰ, असफलता ਨੂੰ ਮੁਕੰਮਲ ਕਰ ਦਿੰਦੇ ਹੋ, ਯਾਨੀ ਤੁਸੀਂ ਕੰਪਲੀਟ ਫੇਲਿਅਰ ਹੋ ਜਾਂਦੇ ਹੋ, ਬਿਲਕੁਲ ਫੇਲ. ਇਟ ਮੀਨਸ ਯੂ ਹੈਵ ਟੂ ਕੀਪ ਔਨ ਟਰਾਈਂਗ. ਇਨਕੰਪਲੀਟ. ਸਪੋਕਨ ਲੈਂਗੁਏਜ ਕੰਟੇਨਸ ਮੈਨੀ ਇਨਕੰਪਲੀਟ ਸੈਂਟੈਂਸਸ. ਆਪਾਂ ਪਹਿਲੇ ਵੀ ਗੱਲ ਕੀਤੀ ਹੈ, ਜਿਹੜੀ ਸਪੋਕਨ ਲੈਂਗੁਏਜ ਹੁੰਦੀ ਹੈ, ਈਦਰ ਇਟ ਇਜ਼ ਹਿੰਦੀ ਔਰ ਇੰਗਲਿਸ਼ ਔਰ ਪੰਜਾਬੀ, ਕੋਈ ਵੀ ਹੋਵੇ ਸਪੋਕਨ ਲੈਂਗੁਏਜ, ਉਹਦੇ ਚ ਇਨਕੰਪਲੀਟ ਸੈਂਟੈਂਸਸ ਹੁੰਦੇ ਆ. ਕਿਵੇਂ? ਜਿਵੇਂ ਤੁਸੀਂ ਮੈਨੂੰ ਪੁੱਛਿਆ, ਹਾਂ ਫਰੇਜ਼ਸ ਕਹਿ ਸਕਦੇ ਆ, ਫਰੇਜ਼ਸ ਕਹਿ ਸਕਦੇ ਆ. ਫਰੇਜ਼ਸ ਵੀ, ਫਰੇਜ਼ਸ ਜਿਹੜੇ ਹੈ ਕੁਝ ਸੈਂਸ ਹੈ, ਜਿਵੇਂ ਅਸੀਂ ਕਿਹਾ ਤੂੰ ਜਾਣਾ ਹੈ, ਬੋਲਦੀ ਨਹੀਂ, ਆਪਾਂ ਤਾਂ ਕਹਿੰਦੇ ਨਾ, ਮੈਂ ਕੰਮ ਕੀਤਾ ਹੈ, ਮੈਂ ਕੀਤਾ ਹੈ, ਚਲੋ ਮੈਂ ਕੀਤਾ ਤਾਂ ਫਿਰ ਵੀ ਠੀਕ ਹੈ, ਇਹ ਕਿਹਨੇ ਕੀਤਾ ਹੈ? ਮੈਂ ਹੀ. ਆਪਾਂ ਏਦਾਂ ਇਨਕੰਪਲੀਟ ਯੂਜ਼ ਕਰਦੇ ਆ ਨਾ ਜਿਵੇਂ. ਸੋ ਇਹ ਜਿਹੜੇ ਇਨਕੰਪਲੀਟ ਸੈਂਟੈਂਸਸ ਜਿਹੜੇ ਉਹ ਸਪੋਕਨ ਲੈਂਗੁਏਜ ਵਿੱਚ ਬਹੁਤ ਸਾਰੇ ਹੁੰਦੇ ਆ. ਦਿਸ ਵਾਸ ਜਸਟ ਅ ਸੈਂਟੈਂਸ, ਮੈਂ ਇੱਕ ਐਗਜ਼ਾਮਪਲ ਦੇ ਰਹੀ ਸੀ. इनकम्प्लीट मीन्स अधूरा एंड कंप्लीट मीन्स पूरा. ठीक है. मुकम्मल और नामुकम्मल. ठीक है. मैं ठीक क्या गगनदीप कौर? मुकम्मल एंड नामुकम्मल. करेक्ट. ओके गुरजोत कौर, कंप्लीट द एग्जांपल. दोबारा बच्चे, दोबारा हुंदा है, दोबारा नहीं हुंदा, दोबारा. दोबारा. दद्दे नू औंकड़, बब्बे नू कन्ना, रारे नू कन्ना. दोबारा. दोबारा नहीं बोलना इनू. ठीक है जी. हाँ जी. कंप्लीट मतलब पूरा, पूरे तौर पे कंप्लीट. आप कहते ना, तुसी होमवर्क कंप्लीट कर लिया, पूरा कर लिया. तो इत्थे आई हैव टेकन अ डिफरेंट एग्जांपल. यू मेक द फेलियर कंप्लीट. तुसी फेलियर नू पूरा कर दिंदे हो, यानी फेलियर पूरी तरह पूरा कर दिंदे हो ओनू, फेलियर नू जिवें फिनिश, फेलियर पूरी तरीके नाल फेलियर कर दिंदे हो. इफ यू स्टॉप ट्राइंग, अगर तुसी ट्राई करना बंद कर दिंदे हो तो तुसी फेलियर नू कंप्लीट कर दिंदे हो, यानी पूरी फेलियर हो जाती है, वो पूरी असफलता हो जाती है. ठीक है. समझ आ गया बेटे गुरजोत कौर? ठीक है. और स्पोकन लैंग्वेज कंटेन्स मैनी इनकम्प्लीट सेंटेंसेस. स्पोकन लैंग्वेज विच कोई भी भाषा जदों बोली जाती है तो ਉਹਦੇ ਵਿੱਚ ਅਸੀਂ बहुत सारे अधूरे सेंटेंस यूज करते हैं, बहुत सारे. जिवें मैं हुणे की किया, बहुत सारे. ठीक है. नेक्स्ट इज करेक्ट एंड इनकरेक्ट. I think all of you must know this. Correct means सही, incorrect गलत. Correct असी as adjective भी कर सकते हैं, और correct का मतलब होता है सही करना. Correct का मतलब आप कहते हैं ना, correct this sentence, इस sentence नू सही करो. ठीक है. His first idea proved correct. ਉਹਦਾ ਪਹਿਲਾ आइडिया बिल्कुल सही सिद्ध होया. His first idea proved correct. ਇੱਥੇ ਦਾ मतलब correct ਦਾ मतलब ਹੁੰਦਾ सही. If it is a verb, it means सही करना. By others' fault, wise men correct their own. ਇਹ sentence note कर लो बच्चे. जो proverb या जो saying ਆਪਾਂ ਲਿਖ, ਮੈਂ ਦੱਸ ਰਹੀ ਹਾਂ ਨਾ, ਉਹਨੂੰ note ਕਰ ਲਿਆ ਕਰੋ ਅਗਰ ਤੁਹਾਨੂੰ ਵਧੀਆ ਲੱਗੇ ਕੋਈ ਲਾਈਨ. ਜਿਵੇਂ ਲਾਈਨ ਮੈਨੂੰ ਬਹੁਤ ਅੱਛੀ ਲੱਗੀ, by others' fault, wise men correct their own. ਦੂਜਿਆਂ ਦੀ ਗਲਤੀਆਂ ਤੋਂ ਜਿਹੜੇ इंटेलिजेंट लोग होंगे ना, वाइज लोग होंगे, बुद्धिमान लोग होंगे,
ਉਹ ਦੂਜਿਆਂ ਦੀ ਗਲਤੀਆਂ ਦੇਖ ਕੇ ਆਪਣੀਆਂ ਠੀਕ ਕਰ ਲੈਂਦੇ ਆ। ਕੁਝ ਤਾਂ ਹੁੰਦੇ ਆ ਕਿ ਉਹਨੇ ਵੀ ਗਲਤੀ ਕੀਤੀ ਹੈ, ਮੈਂ ਕਰਤੀ ਤੇ ਫਿਰ ਕੀ ਹੋਇਆ। ਬਟ ਜਿਹੜੇ ਵਾਈਜ਼ ਪੀਪਲ ਹੁੰਦੇ ਆ, ਇੰਟੈਲੀਜੈਂਟ ਪੀਪਲ ਹੁੰਦੇ ਆ, ਸਮਾਰਟ ਪੀਪਲ ਹੁੰਦੇ ਆ, ਦੇ ਲਰਨ ਫਰੋਮ ਅਦਰਸ ਮਿਸਟੇਕਸ। ਉਹ ਦੂਸਰਿਆਂ ਦੀ ਗਲਤੀਆਂ ਤੋਂ ਸਿੱਖਦੇ ਹੁੰਦੇ ਆ। ਬਾय ਅਦਰਸ ਫਾਲਟ, ਫਾਲਟ ਮੀਨਸ ਗਲਤੀ, ਦੂਸਰਿਆਂ ਦੀ ਗਲਤੀਆਂ ਤੋਂ ਵਾਈਜ਼ ਮੈਨ ਕਰੈਕਟ ਦੇयर ਉਹਨੂੰ ਆਪਣੀ ਗਲਤੀਆਂ ਠੀਕ ਕਰ ਲੈਂਦੇ ਆ ਫਟਾਫਟ। ठीक है, so it's a sign of wisdom if you correct your mistakes by seeing others. ठीक है, next is incorrect. The information you gave us was incorrect. ਜਿਹੜੀ ਤੁਸੀਂ ਸਾਨੂੰ ਸੂਚਨਾ ਦਿੱਤੀ ਨਾ ਉਹ ਗਲਤ ਸੀ, ਠੀਕ ਨਹੀਂ ਸੀ। ਠੀਕ ਹੈ, the information means ਸੂਚਨਾ, the information you gave us ਜੋ ਸਾਨੂੰ ਤੁਸੀਂ ਦਿੱਤੀ was incorrect, ਉਹ ਠੀਕ ਨਹੀਂ ਸੀ। Next is curable and incurable. Curable ਹੁੰਦਾ है इलाजयोग, जो इलाज नाल जो चीज ठीक हो जाए। ठीक है, क्योर इलाज ਹੁੰਦਾ ਬੱਚੇ, क्योर इलाज ਹੁੰਦਾ हरनूर कौर इलाज। क्योरेबल मतलब इलाज ਦੇ ਯੋਗ, ਵੀ ਉਸ ਚੀਜ਼ ਦਾ ਇਲਾਜ ਹੋ ਸਕਦਾ ਹੈ। ਜਿਵੇਂ ਟਿਊਬਰਕਲੋਸਿਸ, ਟਿਊਬਰਕਲੋਸਿਸ ਜਿਹਨੂੰ ਅਸੀਂ ਟੀਬੀ ਕਹਿੰਦੇ ਆ, ਇਟਸ ਅ ਕਿਉਰੇਬਲ ਡਿਜ਼ੀਜ਼। ਇਹ ਡਿਜ਼ੀਜ਼ ਹੈ, ਇਲਾਜ ਯੋਗ ਹੈ, मतलब ਇਹਦਾ ਇਲਾਜ ਹੈਗਾ। एंड इनक्योरेबल मीन्स लाइलाज। गगनदीप कौर इलाज इज क्योर, क्योर मतलब इलाज, क्योरेबल मतलब इलाज योग, इनक्योरेबल मतलब लाइलाज। ठीक है, इलाज नहीं, इलाज योग, जिहदा इलाज होवे। ठीक है जी, जिवें ट्यूबरकुलोसिस इज अ क्योरेबल डिजीज, ਇਹਦਾ ਇਲਾਜ ਹੈ। ਜਿਵੇਂ ਅਸੀਂ ਕਹਿੰਦੇ ਹਾਂ ਕੈਂਸਰ ਇਜ਼ ਕਿਉਰੇਬਲ ਐਟ ਸੈਕੰਡ ਸਟੇਜ, ਸੈਕੰਡ ਸਟੇਜ ਤੇ ਕੈਂਸਰ ਹੈ ਉਹ ਕਿਉਰੇਬਲ ਹੈ, ਮਤਲਬ ਉਹ ਇਲਾਜ ਹੀ ਹੋ ਗਿਆ, ਉੱਥੇ ਉਹਦਾ ਇਲਾਜ ਹੋ ਸਕਦਾ ਹੈ। ਹਾਂਜੀ ਗਗਨਦੀਪ ਬੋਲੋ ਜੀ। ਮੈਮ ਆਪਾਂ ਕਿਉਰ ਦੀ ਸਪੈਲਿੰਗ ਕਿਸ ਤਰ੍ਹਾਂ ਲਿਖਦੇ ਨਾ, CURE? ਯੈਸ, ਬਟ ਆਪਾਂ ਇੱਥੇ ਈ ਕਿਉਂ ਨਹੀਂ ਯੂਜ਼ ਕੀਤਾ? ਬੇਟਾ ਇਹਦਾ ਸਪੈਲਿੰਗ ਏਦਾਂ ਹੀ ਹੁੰਦੀ ਹੈ। ਓਕੇ ਮੈਮ। ਹਾਂਜੀ ਠੀਕ ਹੈ, ਕਿਉਰੇਬਲ ਐਂਡ ਇਨਕਿਉਰੇਬਲ मतलब लाइलाज। ठीक है जी, for example, he is suffering from an incurable skin disease, वो किसे लाइलाज स्किन दी बीमारी तो पीड़ित है। he is suffering from an incurable skin disease, जिवें ਅਸੀਂ ਕਹਿ ਸਕਦੇ ਹਾਂ cancer is incurable at 4th stage, ਚੌਥੇ ਸਟੇਜ ਤੇ ਕੈਂਸਰ ਜਿਹੜਾ ਹੈ ਉਹ ਲਾਇਲਾਜ ਹੋ ਜਾਂਦਾ ਹੈ ਨਾ। he is suffering from an incurable skin disease, ਉਹ ਕਿਸੇ ਲਾਇਲਾਜ स्किन मतलब चमड़ी दे रोग तो पीड़ित है, लाइलाज चमड़ी दे रोग तो पीड़ित है। डिसेंट एंड इनडिसेंट, डिसेंट ਹੁੰਦਾ ਹੈ ਜਿਵੇਂ ਤੁਸੀਂ ਸਾਰਿਆਂ ਨੇ ਸ਼ਬਦ ਸੁਣਿਆ ਹੋਵੇਗਾ ਭੱਦਰ ਪੁਰਖ ਆਪਾਂ ਕਹਿੰਦੇ ਆ, ਜਿਹਨੂੰ ਬੜੇ ਮੈਨਰਸ ਹੋਣ, ਜੋ ਬੜਾ ਪੋਲਾਈਟ ਹੋਵੇ, ਜੋ ਬੜਾ ਠੀਕ ਹੋਵੇ, ਉਹਨੂੰ ਅਸੀਂ ਕਹਿੰਦੇ ਆ ਡੀਸੈਂਟ। ਵਧੀਆ ਹੋਵੇ ਹੈ ਨਾ, ਮੋਰਲੀ ਠੀਕ ਹੋਵੇ, ਉਹਨੂੰ ਅਸੀਂ ਡੀਸੈਂਟ ਕਹਿੰਦੇ ਆ, ਹੈ ਨਾ। ਜਿਵੇਂ ਅਸੀਂ ਕਹਿੰਦੇ ਆ ਉਹਦੀ ਡਰੈਸ ਹੈ ਬੜੀ ਡੀਸੈਂਟ ਲੱਗ ਰਹੀ ਸੀ, ਬੜੀ ਅੱਛੀ ਲੱਗ ਰਹੀ ਸੀ, ਜੋ ਕਿ ਸਾਰਿਆਂ ਨੂੰ ਪਸੰਦ ਆ ਰਹੀ ਸੀ। ਡੀਸੈਂਟ ਮਤਲਬ ਬੜੀ ਤਹਿਜ਼ੀਬ ਦੇ ਵਿੱਚ, ਉਹਨੂੰ ਅਸੀਂ ਡੀਸੈਂਟ ਕਹਿ ਦਿੰਦੇ ਹਾਂ। ਫॉर एग्जांपल, we must provide decent housing for the poor, ਸਾਨੂੰ ਗਰੀਬ ਲੋਕਾਂ ਲਈ ਡੀਸੈਂਟ ਇੱਕ ਵਧੀਆ ਹਾਊਸਿੰਗ ਪ੍ਰੋਵਾਈਡ ਕਰਨੀ ਚਾਹੀਦੀ ਹੈ। ਸੋ ਇੱਥੇ ਡੀਸੈਂਟ ਦਾ ਮਤਲਬ ਹੈ ਵਧੀਆ, ਜੋ ਉਹਨਾਂ ਲਈ ਸਹੀ ਹੈ, ਵਧੀਆ ਹੈ। we must provide, ਸਾਨੂੰ ਪ੍ਰੋਵਾਈਡ ਕਰਨੀ ਚਾਹੀਦੀ ਹੈ ਕੀ ਚੀਜ਼, डिसेंट हाउसिंग, एक चंगी हाउसिंग, हाउसिंग मतलब घर वगैरह। ठीक है, संस्कारी विनीत, मैनू लगता है तुसी नेट तो चेक करी जा रहे हो, विनीत डिसेंट है, संस्कारी कह सकते हैं। ते अमृतप्रीत है, गगनदीप ने नेट तो चेक किया, मैनू लगता है विनीत। ठीक है, सो डिसेंट कई तरीके नाल यूज हुंदा है बच्चे, जिवें डिसेंट हाउसिंग, वधिया हाउसिंग, डिसेंट क्लोथ्स हुंदे हैं, है ना बई, जेडे सभ्य ਆਪਾਂ ਜਿਹਨੂੰ ਕਹਿੰਦੇ ਨਾ ਸਭ्य, ਸੋ दैट इज डिसेंट, ਜਿਹਦੇ ਵਿੱਚ ਮੈਨਰਸ ਹੋਣ। डिसेंट ਦੇ ਬਹੁਤ ਸਾਰੇ मीनिंग ਹੁੰਦੇ ਆ। ਠੀਕ ਹੈ, ਸੋ ਸਾਨੂੰ ਲੋਕਾਂ ਪੂਅਰ ਪੀਪਲ ਲਈ, ਫॉर द ਪੂਅਰ ਮੀਨਸ ਪੂਅਰ ਪੀਪਲ, ਸਾਨੂੰ ਗਰੀਬਾਂ ਲਈ डिसेंट ਹਾਊਸਿੰਗ ਪ੍ਰੋਵਾਈਡ ਕਰਨੀ ਚਾਹੀਦੀ ਹੈ। ਇੱਥੇ डिसेंट ਦਾ ਮਤਲਬ ਹੈ ਵਧੀਆ, ਉਹਨਾਂ ਦੀ ਅੱਛੀ ਹਾਊਸਿੰਗ ਹੋਣੀ ਚਾਹੀਦੀ ਹੈ, ਮਤਲਬ ਹਾਊਸਿੰਗ ਮਤਲਬ ਉਹਨਾਂ ਦੇ ਘਰ ਵਗੈਰਾ ਜਿਹੜੇ ਬਣੇ ਹੋਏ ਆ। ਠੀਕ ਹੈ, ਇਨਡੀਸੈਂਟ ਹੁੰਦਾ ਹੈ ਅਪੱਧਰ, ਅਸਭ्य, है ना। जिवें हाउ कैन यू वियर अभद्र, वेरी गुड, हिंदी तो निकालिया।
हाउ कैन यू वियर समथिंग सो इनडिसेंट, ਤੁਸੀਂ ਇੰਨੇ ਭੱਦੇ ਕੱਪੜੇ ਕਿਸ ਤਰ੍ਹਾਂ ਪਾ ਸਕਦੇ ਹੋ, ਭੱਦੀ, ਹਾउ कैन यू वियर समथिंग सो इनडिसेंट, ਇੰਨੇ ਅਜੀਬ ਜਿਹੇ ਕੱਪੜੇ ਕਿਵੇਂ ਪਾ ਸਕਦੇ ਹੋ ਤੁਸੀਂ, ਮਤਲਬ ਕਿਉਂ ਪਾਏ ਹੋਏ ਆ, ਹਾउ कैन यू वियर ਕਿਵੇਂ ਪਾਏ ਤੁਸੀਂ, ਠੀਕ ਹੈ, ਇਦਾਂ ਦੇ ਇਨਡੀਸੈਂਟ ਕਲੋਥਸ, ਇਨਡੀਸੈਂਟ ਚੀਜ਼ਾਂ, ਠੀਕ ਹੈ। ਸੋ ਇਨਡੀਸੈਂਟ ਹੁੰਦਾ ਅਪੱਧਰ ਐਂਡ ਡੀਸੈਂਟ ਮੀਨਸ ਪੱਧਰ, ਵਧੀਆ, ਸੋਫਿਸਟੀਕੇਟਡ ਆਪਾਂ ਜਿਵੇਂ ਕਰਦੇ ਹੁੰਦੇ ਆ, ਇਲ ਮੈਨਰਡ ਕਹਿ ਸਕਦੇ ਆ ਕੁਝ ਹੱਦ ਤੱਕ ਕਹਿ ਸਕਦੇ ਆ, ਠੀਕ ਹੈ, ਇਨਡੀਸੈਂਟ। ਬਟ ਬੱਤੇ ਜਿਹੜੀ ਕਲੋਥਿੰਗ ਹੈ, ਕੱਪੜੇ ਆ, ਉਹ ਇਲ ਮੈਨਰਡ ਨਹੀਂ ਹੋ ਸਕਦੇ ਨਾ, ਠੀਕ ਹੈ ਨਾ। ਇਨਡੀਸੈਂਟ ਜਿਵੇਂ ਅਸੀਂ ਕਹਿੰਦੇ ਡੀਸੈਂਟ ਲੈਂਗੁਏਜ ਹੈ, ਇਨਡੀਸੈਂਟ ਲੈਂਗੁਏਜ ਹੈ। ਸੋ ਕਰੈਕਟ ਇਜ਼ ਪੱਧਰ ਅਪੱਧਰ, ਠੀਕ ਹੈ। ਇਹ ਪੰਜਾਬੀ ਦਾ ਵਰਡ ਹੈ, ਪੱਧਰ ਪੁਰਖ ਆਪਾਂ ਕਹਿੰਦੇ ਆ, ਹੈ ਨਾ, ਜੈਂਟਲਮੈਨ ਪੱਧਰ ਪੁਰਖ ਆਪਾਂ ਕਹਿੰਦੇ ਆ, ਠੀਕ ਹੈ। ਸੋ discipline, indiscipline, discipline, indiscipline, discipline ਹੁੰਦਾ ਅਨੁਸ਼ਾਸਨ, indiscipline means ਅਨੁਸ਼ਾਸਨਹੀਨਤਾ। ਮੈਨੂੰ ਵੀ ਬਹੁਤ ਸਾਰੇ ਪੰਜਾਬੀ ਦੇ ਵਰਡਸ ਆਉਂਦੇ ਆ, ਅਨੁਸ਼ਾਸਨ ਐਂਡ ਅਨੁਸ਼ਾਸਨਹੀਨਤਾ। ਸੋ discipline ਦਾ ਹੈ she keeps good discipline in the class, ਉਹ ਕਲਾਸ ਦੇ ਵਿੱਚ ਬੜਾ ਅਨੁਸ਼ਾਸਨ ਰੱਖਦੀ ਹੈ, ਵਧੀਆ ਅਨੁਸ਼ਾਸਨ ਰੱਖਦੀ ਹੈ। she keeps good discipline in the class। ਬੱਚੇ ਇਹ ਵਰਡ ਜਿਹੜਾ ਹੈ ਨਾ, ਬਹੁਤ ਸਾਰੇ ਬੱਚਿਆਂ ਦੇ ਮੈਂ ਸਪੈਲਿੰਗ ਟੈਸਟ ਲੈਣੀ ਹੁੰਦੀ ਆ ਜਦੋਂ, ਉਹ ਇਹਦੇ ਸਪੈਲਿੰਗ ਰੋਂਗ ਕਰ ਦਿੰਦੇ ਆ। ਤੁਸੀਂ ਵੀ ਦੇਖ ਲਓ, ਲਿਖ ਕੇ ਦੇਖੋਗੇ, ਮੈਨੂੰ ਪਤਾ ਹੈ 80% of you will write it like discipline, discipline, it's actually discipline, ठीक है। सो स्पेलिंग ਦਾ ਖਾਸ ਧਿਆਨ ਰੱਖਣਾ ਹੈ। ਅਨੁਸ਼ਾਸਨ, ਉਹ ਕਲਾਸ ਦੇ ਵਿੱਚ ਬਹੁਤ ਅਨੁਸ਼ਾਸਨ, ਵਧੀਆ ਅਨੁਸ਼ਾਸਨ ਰੱਖਦੀ ਹੈ। ਇਨਡਿਸਪਲਿਨ ਹੁੰਦਾ ਹੈ, ਅਸੀਂ ਐਗਜ਼ਾਮਪਲ ਲਿੱਤੀ, ਇਨਡਿਸਪਲਿਨ ਅਮੰਗ ਦ ਟਰੂਪਸ ਇਵੈਂਚੁਅਲੀ ਲੈਡ ਟੂ ਰਾਇਟ। ਹੁਣ ਇਹਦੇ ਵਿੱਚ ਬਹੁਤ ਸਾਰੇ ਵਰਡਸ ਹਨ ਟੂ ਲਰਨ। ਇਨਡਿਸਪਲਿਨ ਕੀ ਹੁੰਦਾ ਹੈ, ਅਨੁਸ਼ਾਸਨਹੀਨਤਾ ਨਹੀਂ। ਸੈਲਫ ਡਿਸਪਲਿਨ ਤਾਂ ਹੁੰਦਾ ਬੱਚੇ ਖੁਦ ਦਾ ਅਨੁਸ਼ਾਸਨ, ਜਿਵੇਂ ਤੁਸੀਂ ਖੁਦ ਨੂੰ ਕਿਸੇ ਚੀਜ਼ ਤੋਂ ਰੋਕ ਕੇ ਰੱਖਿਆ। ਜੈਮਨਦੀਪ ਸਿੰਘ, ਸੈਲਫ ਡਿਸਪਲਿਨ ਹੁੰਦਾ ਹੈ ਤੁਸੀਂ ਖੁਦ ਨੂੰ ਕਿਸੇ ਚੀਜ਼ ਤੋਂ ਰੋਕ ਕੇ ਰੱਖਿਆ, ਖੁਦ ਦੇ ਲਈ ਅਨੁਸ਼ਾਸਨ। ਡਿਸਪਲਿਨ ਹੁੰਦਾ ਹੈ ਜਿਵੇਂ ਅਸੀਂ ਕਹਿੰਦੇ ਹਾਂ ਸਕੂਲ ਦੇ ਵਿੱਚ, ਹੈ ਨਾ, ਸਕੂਲ ਦੇ ਵਿੱਚ ਅਨੁਸ਼ਾਸਨ ਹੈ। ਸੈਲਫ ਹੋ ਗਿਆ ਜਿਵੇਂ ਮੈਂ ਇਹ ਚੀਜ਼ ਕਰਾਂਗੀ, ਮੈਂ ਇੰਨੇ ਵਜੇ ਉੱਠਾਂਗੀ, ਮੈਂ ਆਪਣੇ ਆਪ ਨੂੰ ਇਸ ਬੁਰਾਈ ਤੋਂ ਰੋਕ ਕੇ ਰੱਖਣਾ ਹੈ, that is swa anushasan। very good, very good, ठीक है। so we were talking about indiscipline among the troops। now troops हो गए जिवें टुकड़ी, फौजा, ठीक है, हाँ फौज, हाँ टुकड़ियां फौज दियां, troops हो गए, ग्रुप हो गया एक। जदों फौजां दे विच अनुशासनहीनता आई, it eventually led to a riot। eventually हुंदा है इवेंचुअली मीन्स रिजल्टेंटली, करदे करदे की होया, ये दंगियां दे विच तब्दील हो गई। लैड टू मतलब लीड, किथे लै गई, जेड़ा इनडिसिप्लिन किथे लै गया, उन्हां नूं दंगियां वल लै गया, यानी उहदे नाल दंगे हो गए। ट्रूप्स दे विच, फौजां दे विच अनुशासनहीनता कारण की हो गया, इवेंचुअली मतलब लास्ट ते जाके। ट्रूप्स बच्चे, ट्रूप्स हो गई फौज दी टुकड़ी, आपां जिवें कह दिंदे ना फौजां, फौज, ट्रूप, ग्रुप ऑफ पीपल, क्राउड भी कह दिंदे हैं ट्रूप्स। ट्रूप्स मतलब फौज आपां कह सकते हैं, यानी फौज दे विच अनुशासनहीनता दे कारण की हो गया, रिजल्ट की निकलिया ਇਹਦਾ, इवेंचुअली की होया, लास्ट ते की होया, सिट्टे वजों की होया, इट लेड टू अ रायट, दंगे हो गए आखिरकार। वेरी गुड। हाँ जी अमृतप्रीत कौर। मैम इसनो डिसिप्लिन प्रोनाउंस करेंगे या डिसिप्लिन? बच्चे ए है कि आई है? मैम नो, DISCIPLINE। मैम डिसिप्लिन या डिसिप्लिन? प्लेन बोल सकते हैं, तुसी दसो, प्लेन लिखा होया No, ma'am। PLAN, सो डिसिप्लिन बोलेंगे ना, डिसिप्लिन, डिसिप्लिन, डिसिप्लिन। यस डिसिप्लिन, डिसिप्लिन। मैम एंड प्रोनाउंसिएशन ऑफ CURE? क्योर, क्योर। क्योर, मैम क्योरेबल? क्योरेबल,
Okay, ma'am. Thank you. Okay जी. How do we pronounce riots? R-I-O, riot बच्चे, riot या riots. Right नहीं है, ये riots है. Riots होते हैं दंगे, ठीक है ना, दंगे. Indiscipline the example repeat करा, हाँ जी कर दिया. Indiscipline among the troops, फौज ਦੇ ਵਿੱਚ ਅਨੁਸ਼ਾਸਨਹੀਨਤਾ ਨਾਲ ਆਖਿਰਕਾਰ ਕੀ ਹੋਇਆ? Eventually means ਆਖਿਰਕਾਰ ਕੀ ਹੋਇਆ? दंगे हो गए. It led ਹੁੰਦਾ ਲੀਡ ਕਰਨਾ, ਮਤਲਬ ਇਹ ਜਿਹੜਾ ਇਨਡਿਸਪਲਿਨ ਸੀ ਕਿੱਥੇ ਲੈ ਗਿਆ ਉਹਨੂੰ? ਦੰਗਿਆਂ ਵੱਲ ਲੈ ਗਿਆ. It means ਦੰਗੇ ਹੋ ਗਏ. ਜਿਵੇਂ ਅਸੀਂ ਕਹਿੰਦੇ ਆ ਨਾ, this will lead to failure. ਜਿਹੜਾ ਤੁਸੀਂ ਇਹ ਕਰ ਰਹੇ ਹੋ ਨਾ, your laziness will lead to failure. ਤੁਹਾਡੀ ਜਿਹੜੀ laziness ਹੈ ਇਹ ਤੁਹਾਨੂੰ ਕਿਸ ਵੱਲ ਲੈ ਜਾਏਗੀ? failure ਵੱਲ ਲੈ ਜਾਏਗੀ. ਤੁਹਾਡਾ ਜਿਹੜਾ ਆਲਸ ਹੈ ਤੁਹਾਨੂੰ ਫੇਲਿਅਰ ਵੱਲ ਲੈ ਜਾਏਗਾ. ਇਟ ਵਿਲ ਲੀਡ ਟੂ ਫੇਲਿਅਰ. ਲੀਡ ਟੂ ਦਾ ਮਤਲਬ ਹੁੰਦਾ ਹੈ ਕਿਸੇ ਨੂੰ ਕਿਤੇ ਤੱਕ ਲੈ ਕੇ ਜਾਣਾ. ਹੁਣ ਇੱਥੇ ਕੀ ਮਤਲਬ ਹੈ? ਸੈਕੰਡ ਫਾਰਮ ਹੈ ਲੈਡ. ਜਿਹੜਾ ਇਨਡਿਸਪਲਿਨ ਸੀ ਫੌਜਾਂ ਦੀ ਟੁਕੜੀਆਂ ਦੇ ਵਿੱਚ ਜਾਂ ਫੌਜ ਦੇ ਵਿੱਚ ਜਿਹੜਾ ਅਨੁਸ਼ਾਸਨਹੀਨਤਾ ਸੀ ਉਹ ਆਖਿਰਕਾਰ ਕਿੱਥੇ ਤੱਕ ਲੈ ਗਈ? ਦੰਗਿਆਂ ਤੱਕ ਲੈ ਗਈ. ਇਟ ਮੀਨਸ ਦੰਗੇ ਹੋ ਗਏ ਉਸ ਅਨੁਸ਼ਾਸਨਹੀਨਤਾ ਕਾਰਨ. ਠੀਕ ਹੈ ਜੀ, ਸਮਝ ਆ ਗਿਆ ਗੁਰਜੋਤ ਕੌਰ? ਡਿਡ ਯੂ ਗੈਟ ਇਟ ਗੁਰਜੋਤ ਕੌਰ? ਹਾਂਜੀ ਠੀਕ ਹੈ ਜੀ. Next is effective or ineffective. ਇਹਨੂੰ ਵੀ ਅਸੀਂ we can use them these words in two ways. ਇੱਕ ਤਾਂ effective ਹੁੰਦਾ ਹੈ ਅਸਰਦਾਰ. effect ਅਸਰਦਾਰ ਹੈ ਨਾ, like television is an effective medium of advertising. television ਜਿਹੜਾ ਹੈ ਇੱਕ ਬੜਾ effective medium ਹੈ. medium ਨੂੰ ਆਪਾਂ ਪੰਜਾਬੀ ਚ ਕੀ? ਮਾਧਿਅਮ. ਟੈਲੀਵਿਜ਼ਨ ਇੱਕ ਬੜਾ ਅਸਰਦਾਰ ਮਾਧਿਅਮ ਹੈ ਐਡਵਰਟਾਈਜ਼ਿੰਗ ਦਾ, ਇਸ਼ਤਿਹਾਰ ਦਾ, ਇਸ਼ਤਿਹਾਰਬਾਜ਼ੀ ਦਾ, ਹੈ ਨਾ. ਬੜਾ ਇਫੈਕਟਿਵ ਹੈ, ਬੜਾ ਅਸਰਦਾਰ ਹੈ. ਇੱਕ ਇਫੈਕਟਿਵ ਦਾ ਮਤਲਬ ਹੁੰਦਾ ਜਿਵੇਂ ਅਸੀਂ ਕਿਹਾ ਇਹ ਚੀਜ਼ ਨਾ ਕੱਲ ਤੋਂ, ਜਿਵੇਂ ਮੈਂ ਕਿਹਾ ਕਿ ਕੱਲ ਹੁਣ ਨਾ ਤੁਹਾਡੀ ਅਗਲੇ ਮਹੀਨੇ ਤੋਂ ਨਾ ਜਿਹੜੀ ਛੁੱਟੀ ਕਰੋਗੇ ਨਾ ਤਾਂ ਸੈਲਰੀ ਕੱਟੀ ਜਾਏਗੀ. ਤਾਂ ਤੁਸੀਂ ਪੁੱਛਦੇ ਹੋ ਕਿ ਮੈਮ ਇਹ ਦੱਸੋ ਕਿ ਇਹ ਰੂਲ ਇਸੇ ਮਹੀਨੇ ਤੋਂ ਹੋਣਾ ਕਿ ਅਗਲੇ ਮਹੀਨੇ ਤੋਂ ਸ਼ੁਰੂ ਹੋਏਗਾ? ਤੇ ਮੈਂ ਕੀ ਕਹਾਂਗੀ ਕਿ ਇਹ ਜਿਹੜਾ ਰੂਲ ਹੈ ਕੱਲ ਤੋਂ ਜਾਂ ਅਗਲੇ ਮਹੀਨੇ ਤੋਂ ਲਾਗੂ ਹੋਏਗਾ. ਉਹਨੂੰ ਵੀ ਅਸੀਂ ਇਫੈਕਟਿਵ ਕਹਿੰਦੇ ਹਾਂ. ਆਈ ਥਿੰਕ ਗੱਲ ਸਮਝ ਆ ਗਈ ਹੋਏਗੀ ਤੁਹਾਨੂੰ. ਇੱਕ ਤਾਂ ਇਫੈਕਟਿਵ ਹੋ ਗਿਆ ਅਸਰਦਾਰ, ਲਾਈਕ ਟੈਲੀਵਿਜ਼ਨ ਇਜ਼ ਐਨ ਇਫੈਕਟਿਵ ਮੀਡੀਅਮ ਆਫ ਕਮਿਊਨੀਕੇਸ਼ਨ ਔਰ ਐਡਵਰਟਾਈਜ਼ਿੰਗ. ਜਿਹੜਾ ਟੈਲੀਵਿਜ਼ਨ ਹੈ ਇਹ ਇਸ਼ਤਿਹਾਰਬਾਜ਼ੀ ਦਾ ਇੱਕ ਇਫੈਕਟਿਵ ਅਸਰਦਾਰ ਮਾਧਿਅਮ ਹੈ. ਇੱਕ ਇਫੈਕਟਿਵ ਹੁੰਦਾ ਹੈ ਕਿ ਇਹ ਚੀਜ਼ ਕੱਲ ਤੋਂ ਇਫੈਕਟ ਵਿੱਚ ਆ ਜਾਏਗੀ, ਕੱਲ ਤੋਂ ਸ਼ੁਰੂ ਹੋ ਜਾਏਗੀ, ਕੱਲ ਤੋਂ ਇਹ ਚੀਜ਼ ਹੋਣੀ ਸ਼ੁਰੂ ਹੋ ਜਾਏਗੀ. ਜਿਵੇਂ ਦਿਸ ਰੂਲ ਵਿਲ ਬੀ ਇਫੈਕਟਿਵ ਫਰੋਮ ਟੁਮਾਰੋ. ਇਹ ਜਿਹੜਾ ਰੂਲ ਬਣਿਆ ਨਾ ਅੱਜ ਤੱਕ ਜੋ ਸੀਗਾ ਸੋ ਸੀਗਾ, ਕੱਲ ਤੋਂ ਇਹ ਰੂਲ ਜਿਹੜਾ ਹੈ ਚਾਲੂ ਹੋ ਜਾਏਗਾ. ਇਟ ਵਿਲ ਬੀ ਇਫੈਕਟਿਵ ਫਰੋਮ ਟੁਮਾਰੋ. ਠੀਕ ਹੈ, ਸੋ ਇਟ ਹੈਜ਼ ਟੂ ਮੀਨਿੰਗ. ਵੀ ਕੈਨ ਯੂਜ਼ ਇਟ ਇਨ ਟੂ ਵੇਜ਼. ਇਨਇਫੈਕਟਿਵ ਮਤਲਬ ਜਦੋਂ ਅਸਰ ਖਤਮ ਹੋ ਗਈ ਉਸ ਚੀਜ਼ ਦਾ. ਫॉर एग्जांपल, various drugs have proved ineffective against the coronavirus. बहुत सारियां drugs means medicines, दवाइयां कोरोना वायरस के खिलाफ बेअसर, ineffective means बेअसर साबित होइयां ने, ineffective साबित होइयां ने, बेअसर. ठीक है, और उदा ही सेम उदा जिवें this rule will be ineffective from tomorrow. ਇਹ ਰੂਲ ਕੱਲ ਤੋਂ ਇਨਇਫੈਕਟਿਵ ਹੋ ਜਾਏਗਾ. ਜਿਵੇਂ ਅਸੀਂ ਕਿਹਾ ਮਾਸਕ ਪਾਣਾ ਹੈ ਨਾ, ਕਦੋਂ ਤੋਂ ਪਾਣਾ ਹੈ? ਇੰਨੀ ਤਰੀਕ ਤੋਂ ਇੰਨੀ ਤਰੀਕ ਤੱਕ ਮਾਸਕ ਪਾਣਾ ਜਿਹੜਾ ਹੈ ਲਾਜ਼ਮੀ ਹੈ. ਯਾਨੀ ਕਿ ਅਸੀਂ ਕਹਿੰਦੇ 1 ਤਰੀਕ ਤੋਂ 30 ਤਰੀਕ ਦੇ ਵਿੱਚ, ਜਾਂ ਤੁਸੀਂ ਦਿੱਲੀ ਵਿੱਚ ਤੁਸੀਂ ਸੁਣਿਆ ਹੋਏਗਾ ਕਿ ਈਵਨ ਐਂਡ ਔਡ ਗੱਡੀਆਂ ਦਾ ਹੋਇਆ ਸੀਗਾ, ਹੈ ਨਾ, ਈਵਨ ਔਡ ਪ੍ਰੋਗਰਾਮ. ਉਹ ਜਿਹੜਾ ਹੈ 1 ਤਰੀਕ ਤੱਕ ਈਵਨ ਔਡ ਪ੍ਰੋਗਰਾਮ ਇਫੈਕਟਿਵ ਰਹੇਗਾ, 1 ਤਰੀਕ ਤੋਂ ਬਾਅਦ ਉਹ ਇਨਇਫੈਕਟਿਵ ਹੋ ਜਾਏਗਾ. ਯਾਨੀ ਕਿ 1 ਤੋਂ 30 ਤਰੀਕ ਤੱਕ ਉਹ लागू रहेगा, उस तो बाद वो हट जाएगा. So that is ineffective. ठीक है, this rule will be ineffective from tomorrow. कल तो ये rule जड़ा है वो खत्म हो जाएगा, ineffective हो जाएगा. ठीक है, next is equality and inequality. Equality ਹੁੰਦਾ है बराबरी, inequality means ना बराबरी. Women are still struggling for true equality with men. औरतां हजे भी struggle कर रही हैं, संघर्ष कर रही हैं आदमियां दे
ਬਰਾਬਰ ਬਰਾਬਰੀ ਸੱਚੀ ਬਰਾਬਰੀ ਸਹੀ ਤੌਰ ਤੇ ਬਰਾਬਰੀ ਪਾਉਣ ਲਈ ਹਜੇ ਵੀ ਸਟਰਗਲ ਕਰ ਰਹੀਆਂ ਨੇ women are women I told you earlier also WOMAN woman WOMEN 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 are still struggling ਅਜੇ ਵੀ struggle ਕਰ ਰਹੀਆਂ ਨੇ for what for true equality with men ਆਦਮੀਆਂ ਦੇ equal ਬਰਾਬਰੀ ਪਾਉਣ ਲਈ ਹਜੇ ਵੀ struggle ਕਰ ਰਹੀਆਂ ਨੇ ਠੀਕ ਹੈ और inequality मतलब ना बराबरी I am strongly against gender inequality gender inequality ਹੁੰਦਾ ਹੈ मतलब gender के ਉਹ ਆਦਮੀ ਹੈ ਉਹ ਔਰਤ ਹੈ ਮੁੰਡੇ ਵਧੀਆ ਹੁੰਦੇ ਆ ਕੁੜੀਆਂ ਵਧੀਆ ਨਹੀਂ ਹੁੰਦੀਆਂ ਇਹਨੂੰ ਅਸੀਂ ਕਹਿੰਦੇ ਹਾਂ gender inequality gender ਆਪਾਂ ਕਹਿੰਦੇ ਨਾ masculine gender feminine gender स्त्रीलिंग पुल्लिंग है ना यानी औरतां ते मर्द so I am strongly against मैं gender inequality ਦੇ ਬਿਲਕੁਲ ਖਿਲਾਫ ਹਾਂ I am strongly against gender inequality. Okay, ji. So these were the words for today. एक छोटा जिहा तुहाडा homework है. If you can take screenshot, ते ਇਹ ਤੁਸੀਂ homework करना कल ਆਪਾਂ ਇਹਨੂੰ discuss कर लांगे. A bad eating experience. ये ਤੁਸੀਂ ਇਹਦਾ ਚਾਹੇ screenshot ले लो. So a reading comprehension है. And we'll discuss pronunciation and other things tomorrow. You can take screenshot of this. अगर किसी ਨੂੰ कोई problem आ रही है, you can always ask me. Third slide, हाँ जी show करनी है बेटा पहले ये कर लें बच्चे screenshot ले लें फिर ਆਪਾਂ a bad eating experience. हाँ जी बेटे सारियां स्लाइड शो कर दी पहले बच्चे ਇਹਦਾ ਸਕਰੀਨਸ਼ਾਟ ਲੈ ਲੈਣ ਫਿਰ ਉਸ ਤੋਂ ਬਾਅਦ ਆਪਾਂ ਕਰਦੇ ਆ ਇਹਦੇ ਨਾਲ ਹੀ ਐਕਸਰਸਾਈਜ਼ ਵੀ ਹੈ ਯੂ ਕੈਨ ਡੂ ਇਟ ਆਪਣੀ ਪ੍ਰੈਕਟਿਸ ਲਈ ਤੁਸੀਂ ਕਰ ਸਕਦੇ ਹੋ ਠੀਕ ਹੈ ਹਾਂ ਇਨਫੈਕਟਿਵ ਦਾ ਮਤਲਬ ਹੁੰਦਾ ਹੈ ਇਨਫੈਕਟਿਵ ਮਤਲਬ ਬੇਅਸਰ ਠੀਕ ਹੈ ਬੇਅਸਰ ਜਿਵੇਂ ਸਾਰੀਆਂ ਦਵਾਈਆਂ ਆਪਾਂ ਕਹਿ ਰਹੇ ਨਾ ਸਾਰੀਆਂ ਦਵਾਈਆਂ ਕੋਰੋਨਾ ਦੇ ਅਗੇਂਸਟ ਇਨਫੈਕਟਿਵ ਨੇ ਬੇਅਸਰ ਨੇ ठीक है ओके एक्टिव फर्स्ट स्लाइड जो एक्टिव इनएक्टिव पैसिव अच्छा सेंटेंसेस हाँ मनप्रीत दसना एक्टिव मतलब जिवें ਅਸੀਂ क्या माय मॉम इज वेरी एक्टिव मेरी मदर बहुत एक्टिव है बहुत चुस्त है या मैं क्या माय मॉम इज ओवर 80 बट स्टिल शी इज वेरी एक्टिव मेरी मम्मी 80 इयर्स तो अबव हो गए हैं स्टिल वो बड़े एक्टिव है ਆਪਾਂ एक्टिव ਨੂੰ ਇਦਾਂ ਯੂਜ਼ ਕਰ ਸਕਦੇ ਹਾਂ एक एक्टिव ਨੂੰ ਅਸੀਂ ਕਿਦਾਂ ਯੂਜ਼ ਕਰ ਸਕਦੇ ਹਾਂ ਕਿ she is very active in politics ਉਹ politics ਦੇ ਵਿੱਚ ਬੜੀ ਐਕਟਿਵ ਹੈ ਮਤਲਬ ਇੱਕ ਸਕਰੀਅਤਾ ਸਮਝਦੇ ਹੋ ਨਾ ਵੀ politics ਦੇ ਵਿੱਚ ਬੜੀ ਐਕਟਿਵਲੀ ਪਾਰਟਿਸ ਜਿਵੇਂ ਅਸੀਂ ਬੱਚਿਆਂ ਨੂੰ ਕਹਿੰਦੇ ਆ ਬੜੇ ਐਕਟਿਵਲੀ ਪਾਰਟਿਸਿਪੇਟ ਕਰੋ ਸਕਰੀय ਹੋ ਜਾਓ ਸੋ ਅਸੀਂ ਉਦਾਂ ਵੀ ਐਕਟਿਵ ਨੂੰ ਕਹਿ ਸਕਦੇ ਹਾਂ ਇਨਐਕਟਿਵ ਹੁੰਦਾ ਹੈ ਬਈ ਜਿਵੇਂ ਸੁਸਤ ਹੈ ਨਾ ਜੇ ਅਗਰ ਤੁਹਾਡਾ ਇਨਐਕਟਿਵ ਲਾਈਫਸਟਾਈਲ ਹੈ if you are having inactive lifestyle so that is very bad for your health ਤੁਸੀਂ ਸੁਸਤ ਜੇ ਪਏ ਰਹਿੰਦੇ ਹੋ ਤਾਂ ਉਹਨੂੰ ਅਸੀਂ ਕਹਿੰਦੇ ਇਨਐਕਟਿਵ ਪੈਸਿਵ ਦਾ ਮਤਲਬ ਹੁੰਦਾ ਹੈ ਅਸਿੱਧੇ ਤੌਰ ਤੇ ਜਿਵੇਂ ਅਸੀਂ ਕਹਿੰਦੇ ਆ ਕਿ he is my passive partner he is the passive partner of my business ਯਾਨੀ ਕੋਈ ਮੇਰਾ ਪਾਰਟਨਰ ਹੈ ਤਾਂ ਸਹੀ ਲੇਕਿਨ ਉਦਾਂ ਅੱਗੇ ਨਹੀਂ ਆਂਦਾ ਅਸਿੱਧੇ ਤੌਰ ਤੇ ਮੇਰੀ ਹੈਲਪ ਕਰ ਰਿਹਾ ਤਾਂ ਅਸੀਂ ਕਹਾਂਗੇ ਪੈਸਿਵ ਠੀਕ ਹੈ ਨਾ ਸੋ ਉਹਨੂੰ ਅਸੀਂ ਪੈਸਿਵ ਕਹਿੰਦੇ ਆ ਜੋ ਐਕਟਿਵ ਨਹੀਂ ਹੈ ਪੈਸਿਵ ਹੈ ਠੀਕ ਹੈ ਜੀ ਮਨਪ੍ਰੀਤ ਸਮਝ ਆ ਗਈ Okay, so I'm going to this ਕਿਹੜੀ slide ਸਾਰੀ slide ਇੱਕ ਵਾਰ show ਕਰ ਦਿੰਦੀ ਹਾਂ ਤੁਸੀਂ ਇਹਨਾਂ ਦੇ screenshots ਲੈ ਲਓ ਹਾਂਜੀ ਬੇਟਾ ਬੋਲੋ ਮੈਮ ਇਨਐਬਿਲਿਟੀ ਵਾਲਾ ਸੈਂਟੈਂਸ ਇਨਐਬਿਲਿਟੀ ਹੁੰਦਾ ਹੈ ਇਹ ਵਾਲਾ ਸੈਂਟੈਂਸ ਦੱਸਾਂ ਕਿ ਇਨਐਬਿਲਿਟੀ ਦਾ ਮਤਲਬ ਦੱਸਾਂ ਇਹ ਵਾਲਾ ਸੈਂਟੈਂਸ ਹੀ ਹਾਂ she felt increasingly frustrated ਉਹਨੂੰ ਉਹ ਫਰਸਟ੍ਰੇਟ ਹੋਈ ਜਾ ਰਹੀ ਸੀ ਇਨਕਰੀਜ਼ਿੰਗਲੀ ਮਤਲਬ ਉਹਦੀ ਖਿਜ ਵਧੀ ਜਾ ਰਹੀ ਸੀ ਕਿਉਂ ਬਾਈ ਹਰ ਇਨਐਬਿਲਿਟੀ ਟੂ ਡੈਮੋਨਸਟ੍ਰੇਟ ਹਰ ਆਈਡੀਆਜ਼ ਕਿਉਂਕਿ ਉਹ ਆਪਣੇ ਆਈਡੀਆਜ਼ ਨੂੰ ਸ਼ੋ ਹੀ ਨਹੀਂ ਸੀ ਕਰ ਪਾਈ ਇਸ ਕਰਕੇ ਉਹ ਖਿਜੀ ਜਾ ਰਹੀ ਸੀ ਮਤਲਬ ਉਹਨੂੰ ਲੱਗ ਰਿਹਾ ਸੀ ਵੀ ਮੈਂ ਆਪਣੇ ਆਈਡੀਆਜ਼ ਡੈਮੋਨਸਟ੍ਰੇਟ ਮੇਰੇ ਅੰਦਰ ਸਮਰੱਥਾ ਹੀ ਨਹੀਂ ਹੈ ਇਨਐਬਿਲਿਟੀ ਹੈ ਇੱਕ ਮੈਮ children are the biggest victim of passive smoking children are the biggest ਬੱਚੇ ਜਿਹੜੇ ਹੁੰਦੇ ਆ ਨਾ
ਉਹ ਪੈਸਿਵ ਸਮੋਕਿੰਗ ਦੇ ਬਹੁਤ ਵੱਡੇ ਸ਼ਿਕਾਰ ਹੁੰਦੇ ਨੇ। ਪੈਸਿਵ ਸਮੋਕਿੰਗ ਹੁੰਦਾ ਹੈ ਮਤਲਬ ਜਦੋਂ ਕੋਈ ਡਾਇਰੈਕਟਲੀ ਸਮੋਕਿੰਗ ਨਹੀਂ ਕਰ ਰਿਹਾ। ਐਕਟਿਵ ਸਮੋਕਰ ਕਿਹੜੇ ਹੋ ਗਏ? ਜਿਹੜੇ ਡਾਇਰੈਕਟ ਸਮੋਕ ਕਰ ਰਹੇ ਆ। ਸਮੋਕ ਸਮਝਦੇ ਹੋ ਨਾ ਕੀ ਹੁੰਦਾ ਹੈ? Yes, ma'am. ਪੈਸਿਵ ਸਮੋਕਿੰਗ ਹੁੰਦਾ ਹੈ ਕਿ ਤੁਸੀਂ ਸਮੋਕ ਨਹੀਂ ਕਰ ਰਹੇ ਫਿਰ ਵੀ ਤੁਹਾਡੇ ਅੰਦਰ ਸਮੋਕ ਜਾ ਰਿਹਾ ਹੈ। ਜਿਵੇਂ ਮੰਨ ਲਓ ਕੋਈ ਰਿਲੇਟਿਵ ਹੈ ਕਿਸੇ ਦੇ, ਕੋਈ ਫਾਦਰ ਹੈ ਜਾਂ ਨੇਬਰਸ ਹੈ, ਉਹ ਸਮੋਕਿੰਗ ਕਰ ਰਹੇ ਹੈ ਤੇ ਬੱਚਿਆਂ ਦੇ ਅੰਦਰ ਸਮੋਕ ਜਾ ਰਿਹਾ ਹੈ। Yes, ma'am. यानी कि वो पैसिव स्मोकिंग कर रहे हैं बच्चे। पैसिव स्मोकिंग मतलब असिद्धे तौर पे स्मोकिंग हो रही है। हाँ ठीक है। Okay, इत्थे दा मतलब है इट इज सैड ट्रूथ, ये गल बड़ी दुखदाई सच्चाई है कि बच्चे जिहड़े हैं वो पैसिव स्मोकिंग दे सब तो वड्डे शिकार हुंदे हैं। विक्टिम पीड़ित हो जाते हैं ना एक तरीके से। उन्हां ते असर पै रहा है ना इस चीज दा, पैसिव स्मोकिंग दा। Yes, ma'am. ठीक है। Thank Any other you. word? Any other word मनप्रीत? कोई होर word? मैम एक ਉਹ ਪਿਛਲੇ ਚੋਂ ਸੀਗਾ, ਕੱਲ ਪਰਸੋਂ ਵਾਲੇ ਚੋਂ। अच्छा दसो। ਜਿਹੜਾ ਉਹ ਨਹੀਂ ਸੀਗਾ, ਇੱਕ ਮਿੰਟ। अच्छा चलो जब तक मैं होर बच्चे को ले लेनी हां। हाँ जी तुसी लब लो। मैम एडिक्वेट समझाया। एडिक्वेट मतलब प्रॉपर, जिन्ना चाहिए है उन्ना, जिन्ना सफिशिएंट है, जिन्ना प्रॉपर है, जिन्ना चाहिए है, दैट इज एडिक्वेट। ओके मैम। है ना। जिवें ਅਸੀਂ ਕਹਿੰਦੇ ਆ ਮੇਰੇ ਘਰ ਪਾਣੀ ਦੀ एडिक्वेट सप्लाई है, मतलब जिन्ना चाहिए ਜਦੋਂ ਚਾਹੀਦਾ ਪਾਣੀ ਆਂਦਾ है, सो दैट इज एडिक्वेट। ओके मैम। मैम इनएडिक्वेट वाला हाँ सेंटेंस भाई जो इम्प्रॉपर है, जो सही, जो मतलब जिन्ना चाहिए उन्ना नहीं है। देखो ना इन्ने बिजी शॉपिंग सेंटर ਦੇ ਵਿੱਚ ਪਾਰਕਿੰਗ ਫੈਸਿਲਿਟੀਜ਼ ਇਨਐਡਿਕੁਏਟ ਹੈ, ਜਿੱਦਾਂ ਦੀ ਚਾਹੀਦੀਆਂ ਨੇ ਜਾਂ ਜਿੰਨੀਆਂ ਚਾਹੀਦੀਆਂ ਉਨੀ ਨਹੀਂ ਹੈ ਪਾਰਕਿੰਗ ਫੈਸਿਲਿਟੀ। ओके मैम। ठीक है। यस मैम हाँ जी बोलो। अनरिलायबल ओपिनियन पोल्स। अनरिलायबल ਹੁੰਦਾ ਹੈ ਜਿਹਦੇ ਤੇ ਤੁਸੀਂ ਯਕੀਨ ਨਾ ਕਰ ਸਕੋ। ਇਹਦੇ ਵਾਲਾ ਸੈਂਟੈਂਸ ਜੀ, ओपिनियन पोल्स आर एन अनरिलायबल। ओपिनियन पोल्स ਤੁਹਾਨੂੰ ਪਤਾ ਹੈ ओपिनियन पोल्स ਕੀ ਹੁੰਦੇ ਹੈ? नो मैम। ਆਇਆ ਸੀ ਤੁਸੀਂ ਉਸ ਕਲਾਸ ਚ ਐਬਸੈਂਟ ਸੀਗੇ? नो मैम ਹੈਗੇ ਸੀ ਜੀ। ਫਿਰ ਮੈਂ ओपिनियन पोल ਸਮਝਾਇਆ ਸੀ ਬੱਚੇ। ਇਦਾਂ ਹੈ, ਇਟਸ ਅ ਲੌਂਗ ਟੌਪਿਕ और ਤੁਹਾਨੂੰ ਪਤਾ ਹੋਣਾ ਚਾਹੀਦਾ। ਤੁਸੀਂ ਇਦਾਂ ਕਰਨਾ, ਕੱਲ ਸਭ ਤੋਂ ਪਹਿਲੇ ਹੈਂਡ ਰੇਜ਼ ਕਰਕੇ ਮੈਨੂੰ ओपिनियन पोल्स ਬਾਰੇ ਪੁੱਛਣਾ। आई विल एक्सप्लेन इट thoroughly। ओके मैम। ठीक है। थैंक यू। हाँ जी कल सब तो पहले यू हैव टू डू व्हाट कि ਤੁਸੀਂ ਸਭ ਤੋਂ ਪਹਿਲੇ ਇਹ ਕੁਐਸਚਨ ਪੁੱਛਣਾ। ਮੈਂ ओपिनियन पोल्स ਦੱਸਾਂਗੀ ਉਹ अनरिलायबल ਹੁੰਦੇ ਕਿਉਂ ਹੁੰਦੇ। आई विल टेल यू, आई विल एक्सप्लेन इट। ओके ओके मैम। हाँ जी थैंक यू। हाँ जी। Ma'am, could you tell me the meaning of ALLEGATION? It's allegation। एलिगेशन ਹੁੰਦਾ है इल्जाम। Okay, उसने ma'am. मेरे ते एलिगेशन लगाई। Okay, ma'am. Ma'am, second is qualify ਤੇ disqualify। ਤੇ ma'am ਇਹਨਾਂ ਦਾ ਕੀ difference ਹੈ? ਬੱਚੇ ਕੁਆਲੀਫਾਈ ਹੁੰਦਾ ਹੈ ਕਿਸੇ ਕੰਮ ਨੂੰ ਕਰਨ ਦੇ ਲਈ ਉਨੀ ਕੁ ਯੋਗਤਾ ਲੈ ਲੈਣਾ, ਕੁਆਲੀਫਾਈ ਕਰ ਦੇਣਾ। ਜਿਵੇਂ ਅਸੀਂ ਕਹਿੰਦੇ ਆ ਕਿ ਅਗਰ ਇਹ ਵਾਲੀ ਟੀਮ ਅੱਜ ਦਾ ਮੈਚ ਜਿੱਤ ਜਾਏਗੀ ਨਾ ਤਾਂ ਫਾਈਨਲੀ ਕੁਆਲੀਫਾਈ ਕਰ ਜਾਏਗੀ। ਜਿੰਨੀ ਕੁ ਉਸ ਕੰਮ ਲਈ ਜਿੰਨੀ ਕੁ ਯੋਗਤਾ ਚਾਹੀਦੀ ਹੈ ਉਨੀ ਕੁ ਪ੍ਰਾਪਤ ਕਰਕੇ ਉਸ ਚੀਜ਼, ਉਸ ਕੰਮ ਨੂੰ, ਉਸ ਟਾਸਕ ਨੂੰ ਕਰ ਲੈਣਾ, ਉਹਨੂੰ ਅਸੀਂ ਕੁਆਲੀਫਾਈ ਕਹਿੰਦੇ ਆ। ਜਿਵੇਂ ਅਸੀਂ ਕੀ ਕਹਿੰਦੇ ਆ, ਤੁਹਾਡੀ ਵਿਦਿਅਕ ਯੋਗਤਾ ਕੀ ਹੈ, ਤੁਹਾਡੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਕੀ ਹੈ। ਯੋਗਤਾ ਕਿਹੜੀ? ਕੈਪੇਬਿਲਿਟੀ ਵਾਲੀ ਯੋਗਤਾ ਨਹੀਂ, ਜਿੰਨੀ ਉਸ ਕੰਮ ਲਈ ਚਾਹੀਦੀ ਹੈ। ਜਿਵੇਂ ਮੈਂ ਤੁਹਾਨੂੰ ਕਹਾਂ ਕਿ ਤੁਹਾਨੂੰ ਟੀਚਰ ਬਣਨੇ, ਤੁਸੀਂ ਟੀਚਰ ਬਣ ਗਏ ਹੋ, ਤੁਸੀਂ ਟੀਚਰ ਬਣਨਾ ਚਾਹੁੰਦੇ ਹੋ, ਤੁਹਾਡੇ ਕੋਲ ਡਿਗਰੀ MBBS ਦੀ ਹੈ, ਤਾਂ ਮੈਂ ਕਹੂੰਗੀ ਨਾ ਕਿ ਤੁਹਾਡੇ ਕੋਲ ਐਸੈਂਸ਼ੀਅਲ ਕੁਆਲੀਫਿਕੇਸ਼ਨ ਨਹੀਂ ਹੈ। Okay, ma'am. है ना। ਤਾਂ ਕੁਆਲੀਫਾਈ ਹੁੰਦਾ ਹੈ ਕਿਸੇ ਕੰਮ ਨੂੰ, ਕਿਸੇ ਟਾਸਕ ਨੂੰ ਪੂਰਾ ਕਰਨ ਲਈ ਜੋ ਚਾਹੀਦਾ ਉਹ ਕਰਕੇ ਉੱਥੇ ਤੱਕ ਪਹੁੰਚ ਜਾਣਾ, that is qualify। Okay, ma'am. डिसक्वालीफाई जिवें ਅਸੀਂ ਕਿਹਾ ਕਿ ਅਗਰ ਇਹ ਟੀਮ ਇਹ ਵਾਲਾ ਮੈਚ ਹਾਰ ਜਾਂਦੀ ਹੈ ਤਾਂ ਉਹ ਡਿਸਕੁਆਲੀਫਾਈ ਹੋ ਜਾਏਗੀ, ਉਹ ਫਾਈਨਲ ਚ ਨਹੀਂ ਜਾ ਪਾਏਗੀ, ਡਿਸਕੁਆਲੀਫਾਈ ਹੋ ਜਾਏਗੀ। Okay, ma'am. ਸਮਝ ਗਏ? Ma'am, regard ਤੇ disregard ਵੀ ਦੱਸ ਦਿਓ। ਬੱਚੇ ਰਿਗਾਰਡ ਮਤਲਬ ਕਿਸੇ ਚੀਜ਼ ਦੇ ਲਈ ਇੱਜ਼ਤ, ਡਿਸਰਿਗਾਰਡ ਮਤਲਬ ਕਿਸੇ ਚੀਜ਼ ਦੇ ਲਈ ਇਗਨੋਰੈਂਸ ਵਾਲੀ ਹੋਣਾ, ਬਈ ਇਗਨੋਰ ਕਰਨਾ ਕਿਸੇ ਚੀਜ਼ ਨੂੰ, ਕਿ ਉਹ ਹਮੇਸ਼ਾ ਮੇਰੀ ਫੀਲਿੰਗ ਨੂੰ ਡਿਸਰਿਗਾਰਡ ਕਰਦੀ ਹੈ, ਮਤਲਬ ਇਗਨੋਰ ਕਰਦੀ ਹੈ।
मतलब उसਨੂੰ मेरी फीलिंग्स ਦੇ ਲਈ ਕਦੇ ਵੀ ਰਿਗਾਰਡ ਨਹੀਂ ਹੈ, ਸਤਿਕਾਰ ਨਹੀਂ ਹੈ। ਸਤਿਕਾਰ ਲਿਖਿਆ ਇਹਨਾਂ ਨੇ ਗਗਨ, ਠੀਕ ਹੈ। ਓਕੇ ਮੈਮ। ਰਿਗਾਰਡ ਮੀਨਸ ਰਿਸਪੈਕਟ, ਇੱਜ਼ਤ, ਠੀਕ ਹੈ। ਮੈਮ ਟਾਈਮ ਹੈਗਾ, ਹੋਰ ਵੀ ਪੁੱਛ ਸਕਦੇ ਹਾਂ ਕਿ ਬਾਕੀ ਹਾਂਜੀ ਗੱਲ? ਬੱਚੇ, ਟਾਈਮ I have only, okay, it's 3:52, we can we do it tomorrow? ਓਕੇ ਮੈਮ, ਕੋਈ ਨਾ। ਠੀਕ ਹੈ ਜੀ। ਓਕੇ ਜੀ, ਥਰਡ ਸਲਾਈਡ ਮੈਂ ਸ਼ੋ ਕਰ ਦਿੰਦੀ ਹਾਂ। ਜਿਨ੍ਹਾਂ ਨੇ ਸਕਰੀਨਸ਼ਾਟ ਲੈਣਾ ਹੈ ਪਲੀਜ਼ ਲੈ ਕੇ ਮੈਨੂੰ ਦੱਸ ਦਿਓ, ਮੈਂ ਅੱਗੇ ਕਰਨਾ, ਫਿਰ ਮੈਨੂੰ ਚੈਟ ਬਾਕਸ 'ਚ ਲਿਖ ਦਿਓ। ਓਕੇ ਦੈਨ, ਸੀ ਯੂ ਟੁਮਾਰੋ ਗਾਇਜ਼ ਐਟ ਸੇਮ ਟਾਈਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।